ਸਤਿ ਸ੍ਰੀ ਅਕਾਲ ਨਾਜ਼ਰੀਨ, ਪੰਜਾਬ ਤੱਕ ਦੇ ਦਰਸ਼ਕਾਂ ਨੂੰ ਹਰਮੀਤ ਸ਼ਾਹ ਸਿੰਘ ਦਾ ਨਿੱਘਾ ਜੀ ਆਇਆਂ ਨੂੰ। ਅੱਜ ਅਸੀਂ ਜਿਸ ਵਿਸ਼ਾ ਤੇ ਗੱਲ ਕਰਨ ਜਾ ਰਹੇ ਹਾਂ, ਇਹ ਵਿਸ਼ਾ ਬਹੁਤ ਘੱਟ ਚਰਚਾ ਵਿੱਚ ਆਉਂਦਾ ਹੈ। ਚਰਚਾ ਵੀ ਤਾਂ ਹੀ ਆਉਂਦਾ ਹੈ ਜਦ ਕੋਈ ਵਾਰਦਾਤ ਹੋ ਜਾਂਦੀ ਹੈ, ਔਰ ਇਹ ਵਿਸ਼ਾ ਹੈ ਅਫਗਾਨਿਸਤਾਨ ਦੇ ਵਿੱਚ ਵਸਦੇ ਸਿੱਖਾਂ ਦਾ। ਪਿਛਲੇ ਸਾਲ ਮਾਰਚ ਦੇ ਵਿੱਚ ਕਾਬਲ ਦੇ ਗੁਰਦੁਆਰੇ ਤੇ ਹਮਲਾ ਹੁੰਦਾ ਹੈ, ਜਿਸ ਵਿੱਚ 25 ਨਾਲੋਂ ਵੱਧ ਸਿੱਖ ਹਲਾਕ ਹੋ ਜਾਂਦੇ ਨੇ, ਉਹਨਾਂ ਦੀ ਜਾਨ ਚਲੀ ਜਾਂਦੀ ਹੈ, ਔਰ ਉਸ ਤੋਂ ਬਾਅਦ ਸੈਂਕੜੇ ਸਿੱਖ ਪਲਾਇਨ ਕਰਦੇ ਨੇ, ਬਹੁਤੇ ਹਿੰਦੁਸਤਾਨ ਆ ਜਾਂਦੇ ਨੇ, ਔਰ ਕੁਝ ਯੂਰਪ ਵੱਲ ਤੇ ਅਮਰੀਕਾ ਤੇ ਕੈਨੇਡਾ ਵੱਲ ਰਵਾਨਗੀ ਕਰ ਲੈਂਦੇ ਨੇ। ਆਪਾਂ ਸਭ ਤੋਂ ਪਹਿਲੇ ਇਹ ਦੇਖਦੇ ਹਾਂ ਕਿ ਇਸ ਪੂਰੇ ਸਾਲ ਦੇ ਵਿੱਚ ਉਸ ਹਮਲੇ ਦੇ ਬਾਅਦ, ਜੋ ਕਿ 25 ਮਾਰਚ ਸਨ 2020 ਵਿੱਚ ਹੋਇਆ, ਤੇ ਅੱਜ ਦੀ ਘੜੀ ਇਸ ਪੂਰੇ ਦੇ ਪੂਰੇ ਇੱਕ ਸਾਲ ਦੇ ਵਿੱਚ ਕੀ ਵਾਪਰਿਆ ਉਹਨਾਂ ਸਿੱਖਾਂ ਨਾਲ। ਸਾਡੇ ਸਹਿਯੋਗੀ ਅਮਨਦੀਪ ਸ਼ੁਕਲਾ ਦੀ ਇਹ ਰਿਪੋਰਟ। ਇੱਕ ਦਹਿਸ਼ਤਗਰਦ ਹਮਲਾ। ਕਾਬਲ ਦੇ ਗੁਰਦੁਆਰੇ ਹੋਏ ਪਿਛਲੇ ਸਾਲ ਹਮਲੇ ਵਿੱਚ 25 ਨਾਲੋਂ ਵੱਧ ਹਲਾਕ ਹੋਏ। ਭਾਰਤ 'ਚ ਵਸਦੇ ਪੰਜਾਬੀਆਂ ਨੇ ਦਿਲੋਂ ਜਾਨ ਨਾਲ ਸਿੱਖ ਅਫਗਾਨੀਆਂ ਵਾਸਤੇ ਮਦਦ ਦਾ ਹੱਥ ਵਧਾਇਆ। ਮਹਾਮਾਰੀ ਦੇ ਚਲਦੇ ਚਾਰਟਰਡ ਜਹਾਜ਼ ਭੇਜ ਕੇ ਤਕਰੀਬਨ 500 ਸਿੱਖ ਅਤੇ ਹਿੰਦੂ ਅਫਗਾਨੀਆਂ ਨੂੰ ਭਾਰਤ ਲਿਆਇਆ ਗਿਆ। अफगान सोसाइटी इनको परिवारों को रिहेबिलिटेट करना, इनके बच्चों की एजुकेशन और इनको स्किलिंग एजुकेशन में जो वर्ल्ड स्किल सेंटर जेल रोड पे हमारा है, वहाँ पे इन यूथ को स्किलिंग दे के इनको नौकरियाँ भी लगवाई जाएंगी। तो पूरा रिहेबिलिटेशन प्रोग्राम है। पिछली सितंबर छैबल सिंह काबल तो प्रवास में दिल्ली आया। इस 25 साल के नौजवान ने उत्थे होए हमले विच अपना मित्र गवाया सी। ਦਿੱਲੀ ਵਿੱਚ छैबल ਸਿੰਘ ਨਵੇਂ ਸਿਰਿਓਂ ਜੀਵਨ ਸ਼ੁਰੂ ਕਰਨ ਦਾ ਯਤਨ ਕਰ ਰਿਹਾ ਹੈ, लेकिन सख्त मुश्किलां राह विच अजय भी खलोतियां ने। एक साल के लिए हमको मतलब हेल्प करना चाहे संस्थावां ने, उसके बाद तो ना हमारे पास कारोबार है, ना कोई इंडियन प्रूफ है साढ़े को। मतलब ऑन में तुहानू दस देवां कि एक गैस का डब्बा भी आधार कार्ड के नाल लिया जाएगा, मतलब वो भी साढ़े को नहीं है। केवल 40 वरियां विच ਅਫਗਾਨਿਸਤਾਨ ਦਾ ਸਿੱਖ ਹਿੰਦੂ ਸਮਾਜ 2 ਲੱਖ ਤੋਂ ਕੇਵਲ ਹੁਣ 200 ਤੱਕ ਦੀ ਗਿਣਤੀ ਵਿੱਚ ਰਹਿ ਗਿਆ। ਕਈ ਕਾਬਲ ਵਰਗੇ ਹਮਲਿਆਂ ਦਾ ਸ਼ਿਕਾਰ ਹੋਏ ਤੇ ਅਨੇਕਾਂ ਭਾਰਤ, ਯੂਰਪ ਤੇ ਅਮਰੀਕਾ ਵੱਲ ਨੂੰ ਮਜਬੂਰਨ ਤੁਰ ਗਏ। ਭਾਰਤ ਵਿੱਚ ਕਰੀਬ 18000 ਸਿੱਖ ਅਫਗਾਨੀ ਹਨ। ਉਹਨਾਂ ਵਿੱਚੋਂ ਕੁਝ ਨੂੰ ਸਿਟੀਜ਼ਨਸ਼ਿਪ ਪਹਿਲਾਂ ਹੀ ਮਿਲ ਗਈ ਸੀ ਤੇ ਬਹੁਤੇ ਲੋਕ ਹੁਣ ਲੌਂਗ ਟਰਮ ਵੀਜ਼ੇ ਤੇ ਹਨ। ਅਫਗਾਨਿਸਤਾਨ ਤੋਂ ਭਾਰਤ ਆਏ 87 ਹਿੰਦੂ ਤੇ ਸਿੱਖ ਪਰਿਵਾਰ ਇਸ ਗੱਲ ਦੇ ਸ਼ੁਕਰਗੁਜ਼ਾਰ ਨੇ ਕਿ ਕੋਵਿਡ ਨਾਲ ਅਫੈਕਟਡ ਸਾਲ ਦੇ ਵਿੱਚ ਵੀ ਉਹ ਬਾਰਡਰ ਕ੍ਰਾਸ ਕਰਕੇ ਆਪਣੀ ਸੁਰੱਖਿਅਤ ਥਾਂ ਤੇ ਆ ਸਕੇ। ਪਰ ਉਹਨਾਂ ਦਾ ਸੰਘਰਸ਼ ਅਜੇ ਖਤਮ ਨਹੀਂ ਹੋਇਆ। LPG ਸਿਲੰਡਰ ਤੋਂ ਲੈ ਕੇ ਸਕੂਲ ਦੀਆਂ ਐਡਮਿਸ਼ਨਾਂ ਜਾਂ ਫਿਰ ਟ੍ਰੇਨ ਦੀਆਂ ਟਿਕਟਸ ਜਾਂ ਨੌਕਰੀਆਂ, ਕਿਸੇ ਵੀ ਚੀਜ਼ ਵਿੱਚ ਵੈਲਿਡ ਡਾਕੂਮੈਂਟ ਨਾ ਹੋਣ ਕਰਕੇ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਰੋਜ਼ ਪੈ ਰਿਹਾ ਹੈ। ਉਹਨਾਂ ਦੀ ਇਹੀ ਦਰਖਾਸਤ ਹੈ, ਜਾਂ ਤਾਂ ਸਾਨੂੰ ਰਿਫਿਊਜੀ ਸਟੇਟਸ ਦੇ ਦਿਓ ਜਾਂ ਸਾਡਾ ਕੋਈ ਹੋਰ ਹੱਲ ਕੱਢ ਦਿਓ ਤਾਂ ਕਿ ਅਸੀਂ ਵੀ ਆਪਣੇ ਪਰਿਵਾਰ ਦੀ ਦੇਖਭਾਲ ਕਰ ਸਕੀਏ। ਆਸ਼ਾ ਮੈਰੀ ਕੌਰ ਅਮਰੀਕਾ ਵਿੱਚ ਸਿੱਖ ਅਫਗਾਨੀਆਂ ਤੇ ਰਿਸਰਚ ਕਰ ਰਹੇ ਹਨ। ਇਹਨਾਂ ਦਾ ਕਹਿਣਾ ਵੇ ਕਿ ਜੋ ਸਿੱਖ ਹਿੰਦੂ ਅਫਗਾਨਿਸਤਾਨ ਵਿੱਚ ਰਹਿ ਗਏ ਹਨ, ਉਹ ਗਹਿਰੇ ਸੰਕਟ ਵਿੱਚ ਹਨ, ਖਾਸ ਕਰਕੇ ਉਸ ਵੇਲੇ ਜਦੋਂ ਅਮਰੀਕਾ ਉਸ ਮੁਲਕ ਤੋਂ ਪੂਰੀ ਤਰ੍ਹਾਂ ਨਿਕਲਣ ਦੀ ਤਿਆਰੀ ਕਰ ਰਿਹਾ ਵੇ। ਆਸ਼ਾ ਮੈਰੀ ਕੌਰ ਦੇ ਮੁਤਾਬਕ ਅਮਰੀਕਾ ਦਾ ਦਾਅਵਾ ਕਿ ਦਹਿਸ਼ਤਗਰਦੀ ਅਫਗਾਨਿਸਤਾਨ ਵਿੱਚੋਂ ਘਟ ਗਈ ਹੈ, ਉਹ ਗਲਤ ਹੈ। At present, there are only 250 Afghan Sikhs left living in Afghanistan, and this number includes a handful of Hindus that live quite integrated with the community, though the Hindu community was displaced at an even faster rate than the Sikh community. There is an assumption by the US that is reflected in reports that the main threat to the Afghan Sikh and Hindu community, the Islamic State of Khorasan province, ISKP, is a decimated and weak group with not a lot of power. This has not been the case. They have been relentlessly attacking the remaining community. ਅਫਗਾਨਿਸਤਾਨ ਦੀ ਕਿਸੇ ਜ਼ਮਾਨੇ ਵਿੱਚ ਵਸਦੀ ਇੱਕ ਨਾਯਾਬ ਸੰਸਕ੍ਰਿਤੀ ਹੁਣ ਖੇਰੂ ਹੋ ਕੇ ਰਹਿ ਗਈ ਹੈ। ਅਮਨਦੀਪ ਸ਼ੁਕਲਾ, ਨਵੀਂ ਦਿੱਲੀ, ਪੰਜਾਬ ਤੱਕ।
ਅਫਗਾਨਿਸਤਾਨ ਦੀ ਇੱਕ ਨਾਯਾਬ ਵਿਰਾਸਤ, ਅਫਗਾਨਿਸਤਾਨ ਦੀ ਇੱਕ ਨਾਯਾਬ ਸਿਵਲਾਈਜੇਸ਼ਨ, ਇਹ ਗੱਲ ਆਪਾਂ ਕਿਉਂ ਕਹਿ ਰਹੇ ਹਾਂ ਅਫਗਾਨਿਸਤਾਨ ਵਿੱਚ ਵਸਦੇ ਜਿਤਨੇ ਵੀ ਉੱਥੇ ਬਚ ਗਏ ਨੇ ਹਿੰਦੂ ਤੇ ਸਿੱਖਾਂ ਵਾਸਤੇ। ਇਸ ਵਿਸ਼ੇ ਉੱਤੇ ਅਸੀਂ ਕਈ ਮਾਹਿਰਾਂ ਨਾਲ ਗੱਲ ਕੀਤੀ। ਤੁਸੀਂ ਸਾਡੀ ਸਟੋਰੀ ਵਿੱਚ ਵੇਖਿਆ ਕਿ ਆਸ਼ਾ ਮੈਰੀਕੋਟ ਜੋ ਕਿ ਇਲੀਨੋਏ ਦੇ ਵਿੱਚ ਇੱਕ ਰਿਸਰਚਰ ਨੇ ਔਰ ਇਸ ਸਬਜੈਕਟ ਉੱਤੇ ਕੰਮ ਕਰ ਰਹੇ ਨੇ, ਉਹਨਾਂ ਨੇ ਕਿਸ ਤਰ੍ਹਾਂ ਦੱਸਿਆ ਕਿ ਅਮਰੀਕਾ ਦਾ ਜਿਹੜਾ ਪਲਾਨ ਹੈਗਾ ਉੱਥੋਂ ਨਿਕਲਣ ਦਾ, ਉਹ ਇਸ ਦਲੀਲ ਤੇ ਆਧਾਰਿਤ ਹੈ ਕਿ ਜਿਤਨੇ ਵੀ ਉੱਥੇ ਸਿੱਖ ਵਸਦੇ ਨੇ, ਜਿਤਨੇ ਵੀ ਉੱਥੇ ਹੁਣ ਹਿੰਦੂ ਜਾਂ ਸਿੱਖ ਵਸਦੇ ਨੇ, ਉਹ ਹੁਣ ਇਤਨੇ ਵਲਨਰੇਬਲ ਨਹੀਂ ਹੈਗੇ, ਕਿਉਂਕਿ ਅਮਰੀਕਾ ਦਾ ਇਹ ਕਹਿਣਾ ਹੈਗਾ ਕਿ ਉਧਰ ਜਿਹੜੇ ਦਹਿਸ਼ਤਗਰਦ ਗਰੁੱਪ ਨੇ ਉਹ ਕਾਫੀ ਕਮਜ਼ੋਰ ਹੋ ਗਏ ਨੇ। ਲੇਕਿਨ ਉਹ ਇਸ ਦਲੀਲ ਨਾਲ ਬਿਲਕੁਲ ਵੀ ਇਤਫਾਕ ਨਹੀਂ ਰੱਖਦੇ। ਪਰ ਅਫਗਾਨਿਸਤਾਨ ਵਿੱਚ ਜਿਹੜੇ ਵਸਦੇ ਸਿੱਖ ਨੇ, ਜਿਹੜੇ ਵਸਦੇ ਹਿੰਦੂ ਨੇ ਔਰ ਜਿਹੜੇ 200-250 ਲੋਕ ਉੱਥੇ ਬਚੇ ਹੋਏ ਨੇ, ਜਿਹੜੇ ਹੁਣ ਰਹਿੰਦੇ ਪਏ ਨੇ, ਕਿ ਉਹ ਕਿਤਨੇ ਸੇਫ ਨੇ ਔਰ ਪੂਰੇ ਦੇ ਪੂਰੇ ਇਸ ਪ੍ਰਕਰਨ ਦੇ ਵਿੱਚ ਉਹਨਾਂ ਨਾਲ ਕੀ ਵਾਪਰਿਆ, ਇਸ ਸਬਜੈਕਟ ਨੂੰ ਅਲੱਗ-ਅਲੱਗ ਪਰਸਪੈਕਟਿਵ ਨਾਲ ਅਲੱਗ-ਅਲੱਗ ਮਾਹਿਰਾਂ ਨੇ ਬੜੀ ਇੱਕ ਤਫਸੀਲ ਨਾਲ ਵੇਖਿਆ ਔਰ ਵਿਚਾਰਿਆ ਹੈ। ਇਸੇ ਸਿਲਸਿਲੇ ਵਿੱਚ ਅਸੀਂ ਕਈ ਮਾਹਿਰਾਂ ਨਾਲ ਗੱਲ ਕੀਤੀ। ਪੇਸ਼ ਹੈ ਉਹਨਾਂ ਗੱਲਬਾਤਾਂ ਦੇ ਵਿੱਚੋਂ ਇੱਕ ਗੱਲਬਾਤ ਇਸ ਮਾਹਿਰਾਂ ਨਾਲ। ਦੁਨੀਆ ਵਿੱਚ ਕਿਸੇ ਵੀ ਜੀਓਗ੍ਰਾਫਿਕਲ ਲੋਕੇਸ਼ਨ ਵਿੱਚ ਅਸੀਂ ਅਗਰ ਦੇਖੀਏ ਕਿ ਕੋਈ ਵੀ ਕਿਤੇ ਵੀ ਕੋਈ ਕਲਚਰ ਜਾਂ ਕੋਈ ਲੈਂਗੁਏਜ ਅਲੋਪ ਹੁੰਦੀ ਹੈ ਤੇ ਦੁਨੀਆ ਦੇ ਵਿੱਚ ਉਸ ਦਾ ਬਹੁਤ ਵੱਡਾ ਇੱਕ ਅਸਰ ਸਾਨੂੰ ਵੇਖਣ ਨੂੰ ਜਾਪਦਾ ਹੈ। ਫੋਰ ਐਗਜ਼ਾਮਪਲ, ਆਪਾਂ ਵੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਅਫਗਾਨਿਸਤਾਨ ਵਿੱਚ ਜਦੋਂ 2001 ਦੇ ਵਿੱਚ ਬਾਮੀਆਨ ਬੁੱਧਾ ਸਟੈਚੂ ਸੀ ਜਿਹੜੇ ਜਦੋਂ ਉਹ ਡਿਸਟਰੋਏ ਕੀਤੇ ਜਾਂਦੇ ਨੇ, ਤਾਲਿਬਾਨ ਉਹਨਾਂ ਨੂੰ ਡਿਸਟਰੋਏ ਕਰਦਾ ਹੈ ਤੇ ਉਸ ਦਾ ਇੱਕ ਬਹੁਤ ਵੱਡਾ ਅਸਰ ਔਰ ਬਹੁਤ ਵੱਡਾ ਰਿਐਕਸ਼ਨ ਇੰਟਰਨੈਸ਼ਨਲ ਕਮਿਊਨਿਟੀ ਦਿੰਦੀ ਹੈ। ਲੇਕਿਨ ਬਾਵਜੂਦ ਇਸ ਦੇ ਕਿਉਂਕਿ ਇਹ ਬਹੁਤ ਵੱਡਾ ਇੱਕ ਅਨਫੋਰਚੂਨੇਟ ਇਨਸੀਡੈਂਟ ਸੀ, ਲੇਕਿਨ ਆਪਾਂ ਇਹ ਵੀ ਵੇਖਿਆ ਹੈਗਾ ਕਿ ਅਫਗਾਨਿਸਤਾਨ ਦੇ ਜਦੋਂ ਸਿੱਖਾਂ ਦੀ ਤੇ ਹਿੰਦੂਆਂ ਦੀ ਗੱਲ ਆਉਂਦੀ ਹੈ ਤੇ ਉਤਨਾ ਵੱਡਾ ਰਿਐਕਸ਼ਨ, ਉਤਨਾ ਵੱਡਾ ਇੱਕ ਜਿਹੜਾ ਜਜ਼ਬਾ ਹੈਗਾ ਉਹ ਸਾਨੂੰ ਕਿਧਰੇ ਨਾ ਕਿਧਰੇ ਉਤਨਾ ਨਹੀਂ ਦਿਖਿਆ ਜਦੋਂ ਉਹਨਾਂ ਦੇ ਡਿਸਪਲੇਸਮੈਂਟ ਹੋਈ, ਜਦੋਂ ਉਹਨਾਂ ਤੇ ਤਸ਼ੱਦਦ ਹੋਇਆ ਤੇ ਪੂਰੀ ਦੀ ਪੂਰੀ ਅਫਗਾਨ ਸਿੱਖ ਤੇ ਹਿੰਦੂ ਕਮਿਊਨਿਟੀ ਜਿਹੜੀ ਹੈਗੀ ਹੈ ਉਹ ਉਧਰੋਂ ਪਲਾਇਨ ਕਰਕੇ ਦੂਸਰੇ ਮੁਲਕਾਂ ਵੱਲ ਚਲੇ। ਐਸੀ ਸੰਦਰਭ ਦੇ ਵਿੱਚ, ਐਸੀ ਸਿਲਸਿਲੇ ਦੇ ਵਿੱਚ ਆਪਾਂ ਅੱਜ ਗੱਲ ਕਰਾਂਗੇ ਸਰਦਾਰ ਪ੍ਰਿਤਪਾਲ ਸਿੰਘ ਹੋਰੀ ਨਾਲ। ਆਪਾਂ ਪ੍ਰਿਤਪਾਲ ਸਿੰਘ ਹੋਰੀ ਨਾਲ ਗੱਲ ਕਿਉਂ ਕਰ ਰਹੇ ਹਾਂ? ਕਿਉਂਕਿ ਇਹ ਖੁਦ ਅਫਗਾਨ ਸਿੱਖ ਹੈਗੇ ਨੇ। ਇਹਨਾਂ ਦੀ ਪੈਦਾਇਸ਼ ਅਫਗਾਨਿਸਤਾਨ ਦੇ ਵਿੱਚ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਅਰਲੀ 90s ਦੇ ਵਿੱਚ ਇਹ ਚਲੇ ਜਾਂਦੇ ਨੇ ਹਾਲੈਂਡ ਐਜ਼ ਅ ਰੈਫਿਊਜੀ ਔਰ ਉਸ ਤੋਂ ਬਾਅਦ ਫਿਰ ਇਹ ਹੁਣ ਯੂਕੇ ਆ ਜਾਂਦੇ ਨੇ। ਤੇ ਇਹ ਜਿਹੜੀ ਜਰਨੀ ਹੈਗੀ, ਇਹ ਜਿਹੜਾ ਸਫ਼ਰ ਹੈ, ਇਹ ਕਿੰਨਾ ਕ੍ਰਿਟੀਕਲ ਹੈ ਔਰ ਇਹਨਾਂ ਦੀ ਜ਼ਿੰਦਗੀ ਤੋਂ ਤੇ ਇਸਨੇ ਕੀ ਅਸਰ ਪਾਇਆ ਔਰ ਉਸ ਤੋਂ ਬਾਅਦ ਇਹਨਾਂ ਨੇ ਪੂਰੇ ਦੇ ਪੂਰੇ ਉਸ ਇਸ਼ੂ ਨੂੰ, ਆਪਣੀ ਕਮਿਊਨਿਟੀ ਨੂੰ ਔਰ ਉਹਨਾਂ ਦੇ ਫੁੱਟਪ੍ਰਿੰਟਸ ਨੂੰ ਇਹਨਾਂ ਨੇ ਜਾ ਕੇ ਟਰੈਕ ਕੀਤਾ। ਉੱਥੇ ਜਾ ਕੇ ਡਾਕੂਮੈਂਟਰੀਜ਼ ਬਣਾਈ। ਮੈਂ ਅੱਜ ਡਾਕੂਮੈਂਟਰੀ ਇਹਨਾਂ ਦੀ ਵੇਖ ਰਿਹਾ ਸੀ ਔਰ ਬਹੁਤ ਹੀ ਟਚਿੰਗ ਡਾਕੂਮੈਂਟਰੀ ਸੀ। ਉਹ ਸੀ ਹਿੰਦੂ ਕੁਸ਼ ਟੂ ਟੇਮਸ, ਕਿ ਉਹ ਹਿੰਦੂ ਕੁਸ਼ ਦੇ ਪਹਾੜਾਂ ਤੋਂ ਨਿਕਲ ਕੇ ਕਿਸ ਤਰ੍ਹਾਂ ਉਹ ਹੁਣ ਯੂਕੇ ਹੈ। ਤੇ ਪੂਰੀ ਜਰਨੀ ਨੂੰ ਇਹਨਾਂ ਨੇ ਡਾਕੂਮੈਂਟਰੀ ਦੇ ਵਿੱਚ ਉਸਨੂੰ ਵਿਖਾਇਆ ਤੇ ਕਿਸ ਤਰ੍ਹਾਂ ਆਪਣੇ ਆਪ ਨੇ ਆਪਣੀ ਯੂਨੀਕ ਕਲਚਰ ਨੂੰ ਇਹਨਾਂ ਨੇ ਉਸ ਵਿੱਚ ਬੜੀ ਖੂਬਸੂਰਤੀ ਨਾਲ ਔਰ ਬੜੇ ਹੀ ਗੰਭੀਰ ਅੰਦਾਜ਼ ਨਾਲ ਉਸਨੂੰ ਪੇਸ਼ ਕੀਤਾ। ਪ੍ਰਿਤਪਾਲ ਸਿੰਘ ਜੀ, ਤੁਹਾਡਾ ਨਿੱਘਾ ਸਵਾਗਤ ਹੈ ਸਾਡੇ ਨਾਲ ਜੁੜਨ ਤੇ ਇੱਥੇ ਪੰਜਾਬ ਤੱਕ ਦੇ ਦਰਸ਼ਕਾਂ ਨਾਲ। ਮੇਰਾ ਪਹਿਲਾ ਸਵਾਲ ਤੁਹਾਡੇ ਨਾਲ ਇਹ ਹੈ ਕਿ ਆਪਾਂ ਬਾਰ-ਬਾਰ ਇਹ ਗੱਲ ਕਹੀ ਹੈਗੀ ਹੈ ਕਿ ਅਫਗਾਨਿਸਤਾਨ ਦੇ ਜਿਹੜੇ ਸਿੱਖ ਤੇ ਹਿੰਦੂ ਨੇ ਉਹ ਯੂਨੀਕ ਨੇ। ਕਿਧਰੇ ਨਾ ਕਿਧਰੇ ਸਾਨੂੰ ਇਹ ਜਾਪਦਾ ਹੈਗਾ ਕਿ ਇਹ ਜਿਹੜੀ ਇੱਕ ਯੂਨੀਕਨੈਸ ਹੈਗੀ ਹੈ, ਇਹ ਜਿਹੜੀ ਆਈਡੈਂਟਿਟੀ ਦੀ ਇੱਕ ਵੱਖਰੀ ਹੋਂਦ ਹੈਗੀ ਹੈ, ਇਸ ਬਾਰੇ ਜ਼ਿਆਦਾ ਇਨਫੈਕਟ ਇੰਡੀਆ ਵਿੱਚ ਵੀ ਇਤਨਾ ਗਿਆਨ ਨਹੀਂ, ਬਾਹਰਲੇ ਮੁਲਕਾਂ ਤੇ ਗੱਲ ਹੀ ਛੱਡ ਦਈਏ। ਇਹ ਕਿਸ ਤਰ੍ਹਾਂ ਪੰਜਾਬੀ ਹਿੰਦੂ ਤੇ ਸਿੱਖਾਂ ਤੋਂ ਡਿਸਟਿੰਕਟ ਨੇ, ਇਸ ਤੇ ਜ਼ਰਾ ਪਹਿਲਾਂ ਚਾਨਣ ਪਾਓ। ਸਾਰੇ ਸ਼ਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਦੇਖੋ, ਅਫਗਾਨਿਸਤਾਨ ਸਾਡੀ ਜੋ ਅਸੀਂ ਭਾਵੇਂ ਹਿੰਦੂ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਨੇ ਹਾਂ, ਸਾਡਾ ਜੋ ਲਹਿਜਾ ਹੈ, ਸਾਡੀ ਬੋਲੀ ਹੈ। ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਥੋੜਾ ਗੱਲ ਕਰ ਰਿਹਾ, ਥੋੜਾ ਟੀਵੀ ਚੈਨਲ ਹੁਣ ਹਿੰਦੂ ਤੇ ਮੈਂ ਲਹਿਜਾ ਆਪਣਾ ਤਬਦੀਲ ਕਰ ਲਿਆ, ਚੇਂਜ ਕਰ ਲਿਆ। ਪਰ ਜਦ ਅਸੀਂ ਆਪ ਆਪਣੇ ਵਿੱਚ ਗੱਲ ਕਰ ਰਹੇ ਹਾਂ, ਸਾਡੀ ਆਪਣੀ ਇੱਕ ਜ਼ਬਾਨ ਹੈਗੀ ਜਿਹਨੂੰ ਅਸੀਂ ਹਿੰਦਕੋ ਕਹਿੰਦੇ ਹਾਂ। ਤੇ ਸਾਡੇ ਜਿਹੜੇ ਸਦਰਨ ਪ੍ਰੋਵਿੰਸਸ ਲੋਕ ਹੈਗੇ ਜੋ ਕੰਧਾਰ ਹੈਲਮੰਦ ਰਹਿੰਦੇ, ਉਹਨੀ ਸਰਾਈ ਬੋਲਦੇ ਨੇ, ਡਿਫਰੈਂਟ ਉਹਨਾਂ ਦੀ ਡਾਇਲੈਕਟ ਹੈਗੀ। ਤੇ ਅਸੀਂ ਆਪਣੇ ਵਿੱਚ ਆਪਣੀ ਬੋਲੀ 'ਚ ਗੱਲ ਕਰ ਰਹੇ ਹਾਂ। ਤੇ ਜਦ ਅਸੀਂ ਪੰਜਾਬ ਦੇ ਸਿੱਖ ਜਾਂ ਹੋਰ ਸਿੱਖਾਂ ਨੂੰ ਅਸੀਂ ਬਾਹਰਲੇ ਮੁਲਕ 'ਚ ਮਿਲਦੇ ਹਾਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਲਾਈਕ ਯੂਨੀਵਰਸਲ ਪੰਜਾਬੀ 'ਚ ਗੱਲ ਕਰ ਸਕੀਏ ਕਿ ਉਹਨਾਂ ਨੂੰ ਗੱਲ ਸਾਡੀ ਸਮਝ ਆਏ। ਤੇ ਉਸਦੇ ਇਲਾਵਾ ਸਾਡੀ ਜ਼ਬਾਨ ਦੇ ਵਿੱਚ ਜਿੱਥੇ ਜਿੱਥੇ ਅਸੀਂ ਰਹਿ ਕੇ ਵਸਦੇ ਗਏ, ਉੱਥੇ ਉਹਨਾਂ ਦੇ ਅਸੀਂ ਜੋ ਵਰਡਸ ਹੈਗੇ ਆਪਣੀ ਜ਼ਬਾਨ ਵਿੱਚ ਅਡੋਪਟ ਕਰ ਲਏ। ਫੋਰ ਐਗਜ਼ਾਮਪਲ ਜਿਹੜੇ ਸਾਡੇ ਬਜ਼ੁਰਗ ਹੈਗੇ ਜੋ
ਪਸ਼ਤੂਨਿਸਤਾਨ ਦੀ ਪ੍ਰੋਵਿੰਸਸ ਰਹਿੰਦੇ ਨੇ ਅਫਗਾਨਿਸਤਾਨ ਦੀ, ਉਹ ਵਿੱਚ ਆੜੇ ਕਈ ਪਸ਼ਤੋ ਵਰਡਸ ਯੂਜ਼ ਕਰਦੇ ਨੇ ਆਪਣੀ ਗੱਲਾਂ ਕਰਨ ਦੇ ਵਿੱਚ। ਤੇ ਉਹਦੇ ਇਲਾਵਾ ਜਿਹੜੇ ਜੋ ਫਾਰਸੀ ਪ੍ਰੋਵਿੰਸਸ ਲੋਕ ਰਹਿੰਦੇ ਨੇ ਉਹਨਾਂ ਦੇ ਕਈ ਫਾਰਸੀ ਵਰਡਸ ਅਡੋਪਟ ਕਰ ਲਏ ਆਪਣੀ ਗੱਲਾਂ ਵਿੱਚ। ਤੇ ਜਿਹੜੇ ਅਸੀਂ ਹੁਣ ਬਾਹਰ ਆ ਗਏ ਹਾਂ, ਹੁਣ ਸਾਡੀ ਕਈ ਕਮਿਊਨਿਟੀ ਜਰਮਨ ਰਹਿੰਦੀ ਹੈ, ਉਦਾਹਰਨ ਤੌਰ ਤੇ ਬੜੀ ਸਟਰੋਂਗ ਕਮਿਊਨਿਟੀ ਸਾਡੀ ਜਰਮਨ ਰਹਿੰਦੀ ਹੈ ਤੇ ਯੂਕੇ ਰਹਿੰਦੀ ਹੈ। ਉਹ ਯੂਕੇ ਵਾਲੇ ਇੰਗਲਿਸ਼ ਵਰਡ ਯੂਜ਼ ਕਰਦੇ ਨੇ ਤੇ ਜਰਮਨ ਵਾਲੇ ਜਰਮਨ ਵਰਡਸ ਯੂਜ਼ ਕਰਦੇ ਨੇ ਆਪਣੀ ਗੱਲਾਂ ਬਾਤਾਂ ਕਰਦੇ ਹੋਏ। ਹਾਂ, ਪਰ ਅਸੀਂ ਇੱਕ ਦੂਜੇ ਨਾਲ ਅਸੀਂ ਸਹੀ ਤਰ੍ਹਾਂ ਭਾਵੇਂ ਜਿਹੜੇ ਪੰਜਾਬੀ ਹੋਣ, ਭਾਵੇਂ ਪਾਕਿਸਤਾਨ ਦੇ ਪੰਜਾਬੀ ਹੋਣ ਜਾਂ ਹਿੰਦੁਸਤਾਨ ਦੇ ਪੰਜਾਬੀ ਹੋਣ, ਅਸੀਂ ਉਹਨਾਂ ਨਾਲ ਮੋਰਲੈਸ ਇੱਕ ਦੂਜੇ ਨਾਲ ਅੰਡਰਸਟੈਂਡ ਕਰ ਸਕਦੇ ਹਾਂ। ਨਹੀਂ, ਇਹ ਤੁਹਾਡੀ ਗੱਲ ਹੋ ਗਈ ਜ਼ਬਾਨ ਦੇ ਉੱਤੇ। ਮੈਂ ਗੱਲ ਸਮਝ ਗਿਆ ਕਿ ओरिजिनली ਇਹ ਨੌਨ ਪੰਜਾਬੀ ਸਪੀਕਿੰਗ ਕਮਿਊਨਿਟੀ ਇਹ ਜਿਹੜੇ ਪਸ਼ਤੋ ਬੋਲਦੇ ਨੇ, ਦਾਰੀ ਬੋਲਦੇ ਨੇ, ਤੇ ਜਿਹੜੇ ਕੁਝ ਫਾਰਸ ਦੇ ਜਿਹੜੇ ਉੱਥੇ ਖੇਤਰ ਹੈਗੇ ਉਹ ਫਾਰਸੀ ਵੀ ਬੋਲਦੇ ਨੇ। ਇਹ ਤੇ ਗੱਲ ਹੋ ਗਈ ਜ਼ਬਾਨ ਦੀ। ਆਪਾਂ ਜਦ ਗੱਲ ਕਰਦੇ ਹਾਂ ਇੰਡੀਜੀਨਸ, ਇਹ ਦੱਸੋ ਕਿ ਇਹ ਇੰਡੀਜੀਨਸ ਕਿਸ ਤਰ੍ਹਾਂ ਨੇ ਔਰ ਕਿਸ ਤਰ੍ਹਾਂ ਉਹ ਸਿੱਖ ਔਰ ਹਿੰਦੂ ਨੇ ਜਿਹੜੇ ਡਿਸਟਿੰਕਟ ਨੇ ਇੰਡੀਆ ਤੇ ਪਾਕਿਸਤਾਨ ਵਿੱਚ ਵਸਦੇ ਹਿੰਦੂ ਤੇ ਸਿੱਖਾਂ। ਦੇਖੋ, ਜਿੱਤ ਅਗਰ ਬੰਦਾ ਹਿਸਟਰੀ ਪੜ੍ਹੇ ਤੇ ਅਫਗਾਨਿਸਤਾਨ ਤੇ ਜਿਹੜੇ ਹਿੰਦੂ ਰਹਿੰਦੇ ਸੀਗੇ ਉਹ ਅਫਗਾਨਿਸਤਾਨ ਤੋਂ ਮਤਲਬ ਇਸਲਾਮ ਦੀ ਆਮਦ ਤੋਂ ਪਹਿਲਾਂ ਵੀ ਹਿੰਦੂ ਰਹਿੰਦੇ ਸੀਗੇ ਅਫਗਾਨਿਸਤਾਨ ਵਿੱਚ। ਠੀਕ ਹੈ, ਬੋਧੀ ਵੀ ਸਨ ਤੇ ਹਿੰਦੂ ਵੀ ਰਹਿੰਦੇ ਸਨ ਉੱਥੇ, ਇਹ ਤੇ ਇਤਿਹਾਸ ਸਭ ਨੂੰ ਪਤਾ ਹੈ। ਫਿਰ ਜਿਸ ਤਰ੍ਹਾਂ ਇਸਲਾਮ ਆ ਗਿਆ ਮੁਲਕ ਵਿੱਚ, ਅਫਗਾਨਿਸਤਾਨ 'ਚ ਇਸਲਾਮ ਆ ਗਿਆ ਤੇ ਉਹਦੇ ਨਾਲ ਕਈ ਜਿਹੜੇ ਹਿੰਦੂ ਤੇ ਬੋਧੀ ਸੀਗੇ, ਫੋਰ ਐਗਜ਼ਾਮਪਲ ਉਹਨਾਂ ਨੇ ਆਪਣਾ ਧਰਮ ਪ੍ਰੀਜ਼ਰਵ ਕਰਕੇ ਰੱਖਿਆ। ਤੇ ਮੈਂ ਤੁਹਾਨੂੰ ਇੱਕ ਗੱਲ ਕਹਾਂ, ਜਿਹੜੇ ਸਾਡੇ ਪਸ਼ਤੂਨ ਬ੍ਰਦਰਸ ਹੈਗੇ, ਫੋਰ ਐਗਜ਼ਾਮਪਲ ਸਿੱਖ ਜਿਹੜੇ ਹੈਗੇ, ਉਹ ਆਪਣੇ ਉਹਨਾਂ ਦੀ ਜ਼ੁਬਾਨ ਘਰ ਵਿੱਚ ਪਸ਼ਤੋ ਹੀ ਬੋਲਦੇ ਨੇ, ਭਾਵੇਂ ਉਹ ਹਿੰਦੂ ਨੇ, ਭਾਵੇਂ ਸਿੱਖ ਨੇ, ਭਾਵੇਂ ਮੰਦਿਰ ਜਾਂਦੇ ਨੇ ਜਾਂ ਗੁਰਦੁਆਰੇ ਜਾਂਦੇ ਨੇ, ਭਾਵੇਂ ਉਹ ਨਵਰਾਤਰੇ ਕਰਦੇ ਨੇ, ਭਾਵੇਂ ਉਹ ਨਹੀਂ ਆਪਣਾ ਗੁਰਪੁਰਬ ਮਨਾਉਂਦੇ ਨੇ, ਉਹਨਾਂ ਦੀ ਜੋ ਘਰ ਜ਼ੁਬਾਨ ਹੈ ਉਹ ਪਸ਼ਤੋ ਹੀ ਬੋਲਦੇ ਨੇ। ਸੋ ਬੇਸਿਕਲੀ ਜਿਹੜੇ ਸਿੱਖ ਤੇ ਹਿੰਦੂ ਅਫਗਾਨਿਸਤਾਨ ਦੇ ਨੇ, ਵੀ ਆਰ ਨੇਟਿਵਸ ਆਫ ਅਫਗਾਨਿਸਤਾਨ, ਅਸੀਂ ਮਾਈਗ੍ਰੈਂਟ ਨਹੀਂ ਹੈਗੇ। ਹਾਂ, ਇਹ ਜ਼ਰੂਰ ਹੈ ਕਿ ਥਰੂ ਦ ਸੈਂਚਰੀਜ਼ ਮਾਈਗ੍ਰੇਟ ਹੁੰਦੀ ਰਹੀ ਆ, ਜਿਹੜੇ ਮਾਡਰਨ ਡੇ ਪਾਕਿਸਤਾਨ ਹੈਗਾ, ਫੋਰ ਐਗਜ਼ਾਮਪਲ ਤੁਸੀਂ ਪਿਸ਼ਾਵਰ ਦਾ ਏਰੀਆ ਗਿਣ ਲਓ ਜਾਂ ਸਿੰਧ ਦਾ ਏਰੀਆ ਗਿਣ ਲਓ, ਉੱਥੋਂ ਲੋਕ ਆ ਕੇ ਫॉर ਬਿਜ਼ਨਸ ਪਰਪਸਿਸ ਵਗੈਰਾ ਆ ਕੇ ਅਫਗਾਨਿਸਤਾਨ ਸੈਟਲ ਹੋ, ਤੇ ਉੱਥੋਂ ਦੇ ਜਿਹੜੇ ਵਸਨੀਕ ਸਿੱਖ ਤੇ ਹਿੰਦੂ ਪਰਿਵਾਰ ਸਨ ਉਹਨਾਂ ਵਿੱਚ ਉਹਨਾਂ ਦੀ ਮਤਲਬ ਇੰਟੀਗ੍ਰੇਟ ਹੋ ਗਏ ਸਾਡੀ ਕਮਿਊਨਿਟੀ 'ਚ ਉੱਥੇ ਆ ਕੇ। Now, if one has to trace the origin of Sikhi in Afghanistan, where will it start from? Will it start from the travels of Guru Nanak Sahib? Of course, they will start from the travels of Guru Nanak Sahib in Afghanistan. ਪਰ ਉਸ ਟਾਈਮ ਕੀ ਸੀਗਾ, ਜਿਹੜੇ ਸਿੱਖ ਸਨ ਉਹ ਮਤਲਬ ਅਸੀਂ ਹਿੰਦੂ ਸਨ ਜ਼ਿਆਦਾਤਰ, ਟੂ ਬੀ ਓਨੈਸਟ ਅਫਗਾਨਿਸਤਾਨ ਜਿਹੜੇ, ਤੇ ਅਸੀਂ ਸਹਿਜਧਾਰੀ ਸਿੱਖ ਸੀ। ਅਸੀਂ ਹਿੰਦੂਇਜ਼ਮ ਨੂੰ ਵੀ ਫੋਲੋ ਕਰਦੇ ਸਨ ਤੇ ਸਿੱਖਇਜ਼ਮ ਨੂੰ ਵੀ ਫੋਲੋ ਕਰਦੇ ਸਨ। ਪਰ ਜਿਹੜੀ ਜੋ ਲੈਟਸ ਸੇ ਦੀ ਕੈਸਾ ਤਾਰੀ ਤੇ ਅੰਮ੍ਰਿਤ ਦੀ ਜੋ ਪ੍ਰਚਾਰ ਹੋਇਆ ਅਫਗਾਨਿਸਤਾਨ ਵਿੱਚ, ਉਹ ਤਕਰੀਬਨ 100 ਸਾਲ ਪਹਿਲੇ ਹੀ ਹੋਇਆ, ਉਸ ਤੋਂ ਪਹਿਲਾਂ ਨਹੀਂ ਸੀਗਾ। ਜੇ ਅਗਰ ਮੈਂ ਆਪਣੇ ਦੇਖਾਂ, ਆਪਣੇ ਬਜ਼ੁਰਗਾਂ ਬਾਰੇ ਗੱਲ ਕਰਾਂ ਤੇ ਸਾਡੇ ਪਰਦਾਦਾ ਜਿਹੜੇ ਸਨ, ਫੋਰ ਐਗਜ਼ਾਮਪਲ, ਉਹ ਨਹੀਂ ਦਸਤਾਰ ਸਜਾਉਂਦੇ ਸਨ, ਬਟ ਹੀ ਵਾਸ ਨਾਟ ਕੈਸਾ ਤਾਰੀ ਐਟ ਦੈਟ ਟਾਈਮ। ਐਂਡ ਦੈਨ ਉਹਨਾਂ ਦੇ ਜਿਹੜੇ ਮੇਰੇ ਦਾਦਾ ਜੀ ਸਨ, ਉਹਨਾਂ ਨੇ ਉਹਨਾਂ ਨੂੰ ਪੂਰਾ ਗੁਰਸਿੱਖ ਬਣਾਇਆ। तो जो प्रचार होया तो पेशावर तो जेडे सारे प्रचारक आंदे सन, वो आके अफगानिस्तान आए तो उन्होंने गुरसिखी दी लहर शुरू की तकरीबन 100 साल पहले। तो वो बेसिकली एक सन 19 आई थिंक आई एम लुकिंग अबाउट 1919 ਦੇ ਵਿੱਚ ਪ੍ਰਚਾਰ ਜ਼ਿਆਦਾ ਫੈਲਿਆ ਤੇ ਸਿੱਖੀ ਦੀ ਲਹਿਰ ਐਜ਼ ਅ ਧਰਮ, ਪ੍ਰੋਪਰ ਧਰਮ ਤੇ ਸ਼ੁਰੂ ਹੋਈ ਅਫਗਾਨਿਸਤਾਨ ਵਿੱਚ। So when did the trouble begin? The trouble, which trouble are you talking about? The civil war? I'm talking about the trouble. I think it started with the invasion of the Soviet invasion of Afghanistan. Was that the origin of the trouble, or it had started much before that? Absolutely. देखो, जो Soviet जेडे आए अफगानिस्तान विखे, and then the civil war started. So we had millions of refugees. तकरीबन 3 मिलियन पाकिस्तान चले गए, 2.5 मिलियन ईरान चले गए, ਤੇ ਥੋੜੇ ਹੋਰ ਬਾਕੀ ਮੁਲਕਾਂ ਚਲੇ ਗਏ ਜਿਹੜੇ ਸਾਡੇ ਅਫਗਾਨ ਜਿਹੜੇ ਰੈਫਿਊਜੀ ਸਨ। ਤੇ ਹੌਲੀ ਹੌਲੀ ਕਰਦੇ ਉਹ ਕਿਹੜੇ ਮਿਲੀਅਨ, ਕਿਹਨਾਂ ਦੀ ਗੱਲ ਕਰ ਰਹੇ ਆਪਾਂ? ਇਹ ਮਿਲੀਅਨ ਦੀ ਗੱਲ ਕੀਤੀ ਹੈ, ਕਿਹੜੇ ਮਿਲੀਅਨ ਦੀ ਗੱਲ ਕਰ ਰਹੇ
ਮਿਲੀਅਨਸ ਆਫ ਸਾਡੇ ਅਫਗਾਨ ਸਾਡੇ ਭਰਾ ਜ਼ਿਆਦਾਤਰ ਮੁਸਲਮਾਨ ਭਰਾ ਜਿਹੜੇ ਸੀਗੇ ਤੇ ਸਾਡੀ ਤਾਂ ਅੱਛਾ। ਕਮਿਊਨਿਟੀ ਵੈਸੇ ਬਹੁਤ ਬਹੁਤ ਥੋੜੀ ਹੈ। ਸੋ ਜੋ ਜਦ ਗ੍ਰਹਿ ਯੁੱਧ ਸ਼ੁਰੂ ਹੋਇਆ ਅਫਗਾਨਿਸਤਾਨ ਵਿਖੇ ਤੇ ਅਸੀਂ ਵੀ ਉਹਨਾਂ ਦੇ ਨਾਲ ਆਪਣੇ ਬਾਕੀ ਜਿਹੜੇ ਸਾਡੇ ਅਫਗਾਨਿਸਤਾਨ ਦੇ ਵੀਰ ਸਨ ਅਸੀਂ ਵੀ ਮੁਲਕ ਛੋੜ ਕੇ ਚਲੇ ਗਏ ਆਪਣੀ ਜਾਨ ਬਚਾਉਣ ਖਾਤਰ। ਤੇ ਇਹ ਸੋਵੀਅਤ ਤੋਂ ਸ਼ੁਰੂ ਹੁੰਦਾ ਹੈ, ਮੁਜਾਹਿਦੀਨ ਹਾਂ, ਵੇਲੇ ਸੋਵੀਅਤ- ਹੋਰ ਵੱਧਦਾ ਹੈ, ਤੇ ਤਾਲਿਬਾਨ ਵੇਲੇ ਫਿਰ Yeah. ਇਹ ਕੁਛ ਸੋਵੀਅਤ ਇਸ ਤਰ੍ਹਾਂ ਵੇਲੇ ਹੀ ਰਿਹਾ। ਸ਼ੁਰੂ ਹੁੰਦਾ ਜੋ ਮੇਨ ਜਿਹੜਾ ਐਕਸੋਡਸ ਹੈਗਾ ਸੋਵੀਅਤ ਵੇਲੇ ਸ਼ੁਰੂ ਹੁੰਦਾ ਉਸ ਤੋਂ ਥੋੜੇ ਬੰਦੇ ਗਏ ਸਨ, ਪਰ ਕਿਉਂਕਿ ਸਾਡੇ ਲੋਕ ਜਿਹੜੇ ਹਿੰਦੂ ਤੇ ਸਿੱਖ ਮੈਜੋਰਿਟੀ ਜਿਹੜੇ ਲੋਕ ਸਨ ਉਹ ਰਹਿੰਦੇ ਸਨ ਸ਼ਹਿਰਾਂ ਵਿਖੇ ਤੇ ਜੋ ਸਿਵਲ ਵਾਰ ਉਹ ਸੀਗੀ ਰੂਰਲ ਏਰੀਆ ਵਿਖੇ। ਤੋ ਬਿਟਵੀਨ 1989 ਟੂ ਲੈਟਸ ਸੇ 1992 ਦੇ ਵਿੱਚ ਸਾਡੀ ਕਮਿਊਨਿਟੀ ਅਗਰ ਜੇ ਬਾਹਰ ਗਈ ਹੈ ਤਾਂ ਬਹੁਤ ਥੋੜੀ ਗਈ ਉਸ ਟਾਈਮ, ਕਿਉਂਕਿ ਜ਼ਿਆਦਾ ਸਾਡੇ ਲੋਕ ਸ਼ਹਿਰਾਂ ਵਿੱਚ ਮਹਿਫੂਜ਼ ਸੀਗੇ ਟੂ ਬੀ ਓਨੈਸਟ। ਪਰ 1992 ਵਿਖੇ ਜਦ ਰਸ਼ੀਆ ਅਫਗਾਨਿਸਤਾਨ ਛੱਡ ਕੇ ਬਿਲਕੁਲ ਚਲਾ ਗਿਆ then ਸਿਵਲ ਵਾਰ ਸਟਾਰਟਡ ਹੋ ਗਈ। ਤੇ ਉਹ ਅਫਗਾਨਿਸਤਾਨ ਜੋ ਸਿਵਲ ਵਾਰ ਸ਼ੁਰੂ ਹੋਈ 1992 ਵਿਖੇ ਤਾਂ ਖਾਸ ਕਰ ਸਾਡੀ ਰਾਜਧਾਨੀ ਕਾਬੁਲ ਵਿਖੇ ਹੋਇਆ, ਉਹਦੇ ਵਿੱਚ ਲੱਖਾਂ ਦੀ ਤਾਦਾਦ ਤੇ ਲੋਕ ਮਾਰੇ ਗਏ ਐਂਡ ਦੈਟ ਵਾਸ ਦ ਮੇਨ ਐਕਸੋਡਸ 1992 ਵਿਖੇ ਸਾਡੀ ਕਮਿਊਨਿਟੀ ਉੱਥੋਂ ਮੈਜੋਰਿਟੀ ਉਹ ਮੁਲਕ ਛੱਡ ਕੇ ਚਲੇ ਗਈ ਅਫਗਾਨਿਸਤਾਨ ਵਿਖੇ। ਮੈਂ ਕੁਝ 1992 ਐਸਟੀਮੇਟਸ ਦੇਖ ਰਿਹਾ ਸੀ ਕਿ ਇਹ ਜਿਹੜੀ ਕਮਿਊਨਿਟੀ ਹੈਗੀ ਹਿੰਦੂ ਸਿੱਖ ਕਮਿਊਨਿਟੀ 1 ਲੱਖ ਤਕਰੀਬਨ ਉਸ ਵਿੱਚ ਸਿੱਖ ਸਨ। ਆਪਾਂ ਸੋਵੀਅਤ ਤੋਂ ਪਹਿਲੇ ਦੀ ਗੱਲ ਕਰੀਏ ਤੇ 50,000 ਹਿੰਦੂ ਸਨ ਤੇ ਟੋਟਲ 1.5 ਲੱਖ ਤੇ 2 ਲੱਖ ਦੇ ਦਰਮਿਆਨ ਅਲੱਗ-ਅਲੱਗ ਨੰਬਰ ਆਉਂਦੇ ਨੇ ਰਫਲੀ ਐਨੇ ਸੀ। ਮੇਰੀ ਜਦੋਂ ਗੱਲ ਹੋ ਰਹੀ ਸੀ ਇੱਕ ਹੋਰ ਮਾਹਿਰਾਨ ਨੇ ਆਪਣਾ ਉਧਰ ਇਲੀਨੋਏ ਵਿੱਚ ਆਸ਼ਾ ਮੈਰੀਕੋਰ, ਉਹਨਾਂ ਨੇ ਦੱਸਿਆ ਕਿ ਹੁਣ ਅਫਗਾਨਿਸਤਾਨ ਦੇ ਵਿੱਚ ਪਿਛਲੇ ਹਮਲੇ ਦੇ ਬਾਅਦ ਜਿਹੜਾ 25 ਮਾਰਚ 2020 ਨੂੰ ਹੋਇਆ, ਸਿਰਫ ਔਰ ਸਿਰਫ ਉੱਥੇ 200-250 ਜਿਹੜੇ ਨੇ ਉਸ ਸਿੱਖ ਤੇ ਹਿੰਦੂ ਬਚੇ ਨੇ, ਬਹੁਤੇ ਸਿੱਖ ਹੀ ਨੇ ਤੇ ਬਾਕੀ ਸਾਰੇ ਉਦੋਂ ਪਲਾਇਨ ਕਰ ਗਏ ਨੇ। ਇੱਕ ਮੈਨੂੰ ਗੱਲ ਦੱਸੋ ਪ੍ਰਿਤਪਾਲ ਸਿੰਘ ਜੀ, ਜਿਹੜੀ ਮੈਂ ਸਮਝਣਾ ਚਾਹੁੰਦਾ ਹਾਂ ਕਿ ਜਦ ਇੱਧਰ ਆਪਾਂ ਇੱਕ ਨੈਰੇਟਿਵ ਦੇਖਦੇ ਜਿਹੜਾ ਬਿਲਡ ਹੁੰਦਾ ਹੈ ਉਹ ਇਹ ਜਾਪਦਾ ਹੈ ਕਿ ਅਫਗਾਨੀ ਸਿੱਖ ਨੇ ਜਾਂ ਹਿੰਦੂ ਨੇ ਉਹ ਬਸ ਉਹਨਾਂ ਦਾ ਮੇਨ ਜਿਹੜਾ ਫੋਕਸ ਹੈਗਾ ਹੁਣ ਪਲਾਇਨ ਕਰਨ ਤੇ ਵੇ। ਇਹ ਨੈਰੇਟਿਵ ਦੇ ਵਿੱਚ ਕਿਧਰੇ ਨਾ ਕਿਧਰੇ ਮੈਨੂੰ ਕੁਝ ਹੋ ਸਕਦਾ ਹੈ ਕਿ ਆਈ ਐਮ ਕੰਪਲੀਟਲੀ ਰੋਂਗ ਹੀਅਰ, ਕਿਉਂ ਕੋਈ ਬੰਦਾ ਆਪਣਾ ਘਰ ਛੱਡ ਕੇ ਜਾਣਾ ਚਾਹੇਗਾ ਅਗਰ ਉਸਨੂੰ ਉੱਥੇ ਸੇਫਟੀ ਮਿਲੇ, ਉਸਨੂੰ ਸਿਕਿਉਰਿਟੀ ਮਿਲੇ? ਜਿਸ ਤਰ੍ਹਾਂ ਤੁਸੀਂ ਆਪਣੀ ਉਸ ਵਿੱਚ ਡਾਕੂਮੈਂਟਰੀ ਵਿੱਚ ਫਰੋਮ ਹਿੰਦੂ ਕੁਸ਼ ਟੂ ਟੇਮਸ ਵਿੱਚ ਆਪਾਂ ਦੇਖ ਰਹੇ ਸੀ, ਤੁਸੀਂ ਬੜੇ ਗਰਵ ਨਾਲ ਤੇ ਬੜੇ ਇੱਕ ਮਾਣ ਨਾਲ ਆਪਣੇ ਕਲਚਰ ਨੂੰ ਪੇਸ਼ ਕਰਦੇ ਹੋ ਕਿ ਅਸੀਂ ਅਫਗਾਨੀ ਸਿੱਖ ਹਾਂ। You feel proud of that, and you are not apologetic about that identity. If you are not apologetic about that identity, how can I perceive ਕਿ ਤੁਸੀਂ ਆਪਣਾ ਮੁਲਕ ਛੱਡ ਕੇ ਜਾ ਕੇ ਬਾਹਰਲੇ ਮੁਲਕ ਵਿੱਚ ਵਸਣ ਨੂੰ ਬਹੁਤ ਜ਼ਿਆਦਾ ਚਾਹੁੰਦੇ ਹੋ, ਬਲਕਿ ਇਸ ਦੇ ਕਿ ਤੁਹਾਨੂੰ ਉੱਥੇ ਸੇਫਟੀ ਤੇ ਸਿਕਿਉਰਿਟੀ ਮਿਲੇ? ਇਸ ਨੈਰੇਟਿਵ, ਦੋ ਨੈਰੇਟਿਵ ਵੱਖੋ ਵੱਖਰੇ ਨੇ, ਪਹਿਲੇ ਵਾਲਾ ਨੈਰੇਟਿਵ ਕਿਉਂ ਜ਼ਿਆਦਾ ਪ੍ਰਭਾਵਸ਼ਾਲੀ? ਦੇਖੋ ਅਫਗਾਨਿਸਤਾਨ ਸਾਡਾ ਮੁਲਕ ਹੈ, ਸਾਡੇ ਪਿਓ ਦਾਦਾ ਦਾ ਮੁਲਕ ਹੈ। ਅੱਜ ਤੋਂ ਨਹੀਂ, ਅਸੀਂ ਹਜ਼ਾਰਾਂ ਸਾਲ ਤੋਂ ਉੱਥੇ ਰਹਿ ਰਹੇ ਹਾਂ। ਸਾਡੇ ਕਾਰੋਬਾਰ ਨੇ, ਸਾਡੀ ਜ਼ਮੀਨਾਂ ਨੇ, ਸਾਡੇ ਘਰ ਹੈਗੇ। ਤੇ ਜਦ ਅਸੀਂ ਕਹਿੰਦੇ ਹਾਂ ਕਿ ਅਫਗਾਨਿਸਤਾਨ ਹੁਣ the last civil war in any country in the world is Afghanistan. ਪਿਛਲੇ 40 ਸਾਲ ਤੋਂ ਅਫਗਾਨਿਸਤਾਨ ਜੰਗ ਚੱਲ ਰਹੀ ਹੈ। ਸੀਰੀਆ ਤਾਂ ਹੁਣ 10 ਸਾਲ ਪੁਰਾਣੀ ਗੱਲ ਹੈ ਉਦਾਹਰਨ ਤੌਰ ਤੇ, ਇਰਾਕ ਨੂੰ ਵੀ 25 ਸਾਲ ਹੋ ਗਏ। ਅਫਗਾਨਿਸਤਾਨ ਦਾ ਲੌਂਗੈਸਟ ਸਿਵਲ ਵਾਰ, ਕੰਟੀਨਿਊਸ ਸਿਵਲ ਵਾਰ ਹੈਗੀ, ਕਿੱਥੇ ਵੀ ਹੈਗੀ। ਤੇ ਜੇ ਅਫਗਾਨਿਸਤਾਨ ਚੋਂ ਹਿੰਦੂ ਸਿੱਖ ਨਿਕਲਿਆ ਹੈ, ਸਿਰਫ ਹਿੰਦੂ ਸਿੱਖ ਹੀ ਨਹੀਂ ਨਿਕਲਿਆ, ਮਿਲੀਅਨਸ ਆਫ ਜੋ ਮੁਸਲਿਮ ਅਫਗਾਨਸ ਹੈਗੇ, ਦੇ ਆਲਸੋ ਰੈਫਿਊਜੀਜ਼ ਅਕ੍ਰੋਸ ਦ ਵਰਲਡ। ਸਾਡੇ ਯੂਕੇ ਵਿੱਚ ਵੇਖ ਲਓ, ਇੱਥੇ ਤਕਰੀਬਨ 1-2 ਲੱਖ ਅਫਗਾਨੀ ਮੁਸਲਮਾਨ ਸਾਡੇ ਭਰਾ ਰਹਿੰਦੇ ਨੇ। ਸਾਡੀ ਕਮਿਊਨਿਟੀ ਦਾ ਤਕਰੀਬਨ 10,000 ਦੇ ਆਸ-ਪਾਸ ਹੈਗੀ। ਆਸਟ੍ਰੇਲੀਆ ਵੇਖ ਲਓ, ਨਾਰਥ ਅਮਰੀਕਾ ਵੇਖ ਲਓ, ਜਰਮਨੀ ਵੇਖ ਲਓ, ਸਾਡੇ ਮੁਸਲਮਾਨ ਭਰਾ ਹੈਗੇ ਜੋ ਮਿਲੀਅਨਸ ਦੀ ਤਾਦਾਦ ਤੇ ਨਿਕਲਿਆ। ਸੋ ਸਾਨੂੰ ਬਿਕੋਜ਼ ਦ ਸਿਵਲ ਵਾਰ ਆਪਣੀ ਜਾਨ ਤੇ ਧਰਮ ਬਚਾਉਣ ਲਈ ਅਸੀਂ ਉਹ ਮੁਲਕ ਛੱਡ ਕੇ ਆਏ ਹਾਂ। ਤਾਂ ਆਫ ਕੋਰਸ ਵੀ ਆਰ ਪ੍ਰਾਊਡ ਆਫ ਆਰ ਕੰਟਰੀ, ਹੈ ਨਾ। ਸਾਨੂੰ ਜਿਵੇਂ ਤੁਸੀਂ ਭਾਰਤੀ ਹੋਣ ਤਾਂ ਤੁਹਾਨੂੰ ਗਰਵ ਹੈ, ਜਾਂ ਤੁਹਾਨੂੰ ਪਾਕਿਸਤਾਨੀ ਸਿੱਖ ਹੋਣ ਤਾਂ ਤੁਹਾਨੂੰ ਆਪਣੇ ਧਰਮ ਤੇ ਆਪਣੇ ਮੁਲਕ ਤੇ ਗਰਵ ਹੈ। ਸਾਨੂੰ ਵੀ ਆਪਣੇ ਮੁਲਕ ਤੇ ਗਰਵ ਹੈ, ਹਾਂ। ਪਰ ਹਾਲਾਤ ਏਦਾਂ ਬਣ ਗਏ ਨੇ ਕਿ ਸਾਨੂੰ ਆਪਣਾ ਮੁਲਕ ਛੱਡ ਕੇ ਜਾਣਾ ਪਿਆ। ਤੋ ਜੇ ਅਗਰ ਮੈਂ ਹਾਲ ਦੀ ਗੱਲ ਕਰਾਂ, ਜੇ ਲਾਸਟ 2 ਸਾਲ ਤੇ ਸਭ ਤੋਂ ਜ਼ਿਆਦਾ ਸਾਡੀ ਕਮਿਊਨਿਟੀ ਤੇ ਸਭ ਤੋਂ ਸਾਡਾ ਜੋ ਸਦਮਾ ਹੋਇਆ 2018 ਵਿੱਚ ਜੋ ਜਲਾਲਾਬਾਦ ਵਿਖੇ ਕਾਂਡ ਹੋਇਆ, ਉਹ 'ਚ ਸਾਡੇ ਲੀਡਰਸ ਸ਼ਹੀਦ ਹੋ ਗਏ। ਉਸ ਤੋਂ ਬਾਅਦ ਲਾਸਟ ਈਅਰ 25 ਮਾਰਚ 2020 ਵਿਖੇ ਗੁਰਦੁਆਰਾ ਸਾਹਿਬ ਗੁਰਦੁਆਰਾ ਵਿਖੇ ਕਾਬੁਲ ਵਿਖੇ ਜੋ ਹਮਲਾ ਹੋਇਆ,
ਉਹ 'ਚ ਜੋ ਅਟੈਕ ਹੋਇਆ, ਇਹ ਦੋਨੋਂ ਅਟੈਕ ਜਿਹੜੇ ਹੈਗੇ ਉਹ ਇਸਲਾਮ ਆਫ ਖੁਰਾਸਾਨ ਨੇ ਕਲੇਮ ਕੀਤੇ ਨੇ, ਉਹਨਾਂ ਨੇ ਕਿਹਾ ਸੀ ਕਿ ਜੋ ਕਿ ਟੈਰਰਿਸਟ ਆਰਗੇਨਾਈਜੇਸ਼ਨ ਹੈਗੀ ਹੈ। ਤੇ ਸੋ ਬੇਸਿਕਲੀ ਸਾਨੂੰ ਆਪਣਾ ਮੁਲਕ ਛੱਡਣਾ ਪਿਆ ਪਹਿਲੇ ਬਿਕੋਜ਼ ਆਫ ਦ ਸਿਵਲ ਵਾਰ ਇਨ ਦ ਕੰਟਰੀ, ਐਂਡ ਵੈਰੀ ਰੀਸੈਂਟਲੀ ਸਾਨੂੰ ਟਾਰਗੇਟਡ ਕੀਤਾ ਗਿਆ ਲਾਸਟ ਜੋ ਮੇਨ ਜੋ ਹਾਦਸੇ ਹੋਏ ਆ ਸਾਡੀ ਕਮਿਊਨਿਟੀ ਦੇ ਉੱਪਰ। ਪਰ ਇੱਕ ਗੱਲ ਮੈਂ ਤੁਹਾਡੇ ਦਰਸ਼ਕਾਂ ਨੂੰ ਇਹ ਵੀ ਦਿਖਾਉਣਾ ਚਾਹਾਂ, ਜੇ ਤੁਸੀਂ ਖਬਰਾਂ ਪੜ੍ਹੋ, ਨਿਊਜ਼ ਪੜ੍ਹੋ, ਐਵਰੀ ਵੀਕ ਨਹੀਂ, ਇੱਕ ਨਾ ਮੈਂ ਕਹਿੰਦਾ ਦਰਜਨਾਂ ਦੀ ਤਾਦਾਦ ਤੇ ਅਫਗਾਨਿਸਤਾਨ ਵਿੱਚ ਸਿਵਿਲੀਅਨਸ ਦੇ ਉੱਪਰ ਹਮਲੇ ਹੁੰਦੇ ਨੇ। ਖਾਲੀ ਕਾਬੁਲ ਨਹੀਂ, ਗਜ਼ਨੀ, ਜਲਾਲਾਬਾਦ, ਹੈਲਮੰਦ, ਮਜ਼ਾਰ ਸ਼ਰੀਫ, ਕੰਧਾਰ, ਹਰ ਜਗ੍ਹਾ ਸਿਵਿਲੀਅਨਸ ਮਰਦੇ ਨੇ, ਸਿਵਿਲੀਅਨਸ ਸੈਂਕੜੇ ਦੀ ਤਾਦਾਦ ਤੇ ਉਹ ਅਮਰੀਕਾ ਨੂੰ ਹੋ ਗਿਆ ਉੱਥੇ 20 ਸਾਲ ਹੋ ਗਏ ਐਂਡ ਸਟਿਲ ਹੁਣ ਤੱਕ ਕੰਟਰੋਲ ਅਫਗਾਨਿਸਤਾਨ ਵਿੱਚ ਸਾਡੀ ਕਮਿਊਨਿਟੀ ਕੀ ਪੂਰੇ ਅਫਗਾਨਿਸਤਾਨ ਦੀ ਪੋਜੀਸ਼ਨ ਤੇ। ਪ੍ਰਿਤਪਾਲ ਸਿੰਘ ਜੀ, ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ, ਔਰ ਯਕੀਨ ਜਾਣਨਾ ਆਪਾਂ ਇਹ ਵੀ ਸਮਝਦੇ ਹਾਂ ਕਿ ਬਹੁਤੇ ਦਰਸ਼ਕਾਂ ਨੂੰ ਵੀ ਇਹ ਗੱਲ ਸਮਝ ਨਹੀਂ ਆ ਰਹੀ ਕਿ ਅਮਰੀਕਾ ਵਰਗੀ ਪਾਵਰ ਉੱਥੇ ਹੋਵੇ ਔਰ ਉਸ ਤੋਂ ਬਾਅਦ ਵੀ ਸਿਵਿਲੀਅਨ ਹਮਲੇ ਹੁੰਦੇ ਰਹੇ, ਨੰਬਰ 1। ਉਸ ਤੋਂ ਬਾਅਦ ਵੀ ਵਿਜ਼ੀਬਲ ਮਾਈਨੋਰਿਟੀਜ਼ ਲਾਈਕ ਸਿੱਖਸ ਉੱਥੇ ਜਿਹੜੀਆਂ ਨੇ ਉਹਨਾਂ ਉੱਤੇ ਟਾਰਗੇਟਡ ਅਟੈਕਸ ਹੋ ਜਾਣ ਤੇ ਉਹਨਾਂ ਨੂੰ ਮੁਲਕ ਤੋਂ ਪਲਾਇਨ ਕਰਨਾ ਪੈ ਜਾਵੇ, ਤੇ ਇਹ ਸ਼ਿਕਸਤ ਕਿਸ ਦੀ? ਇਹ ਸ਼ਿਕਸਤ ਤਾਂ ਦੇਖੋ, ਅਫਗਾਨਿਸਤਾਨ ਹੈਜ਼ ਬੀਨ ਲਾਈਕ ਅ ਰੀਜਨਲ ਪਲੇਇੰਗ ਗਰਾਊਂਡ for the world powers and the regional powers, ਸਿੱਧੀ ਗੱਲ ਜਿਹੜੀ ਹੈ ਅਫਗਾਨਿਸਤਾਨ ਨੂੰ ਕਮਜ਼ੋਰ ਕਰਨ ਲਈ ਰੀਜਨਲ ਤੇ ਵਰਲਡ ਪਾਵਰ ਜਿਹੜੀ ਹੈਗੀਆਂ ਉਹ ਆਪਣੀ ਗੇਮ ਖੇਡ ਰਹੀਆਂ। ਟੂ ਬੀ ਓਨੈਸਟ ਦੇਖੋ 40 ਸਾਲ ਹੋ ਗਏ, ਤੁਸੀਂ 40 ਸਾਲ ਪਹਿਲੇ ਸੋਵੀਅਤ ਯੂਨੀਅਨ ਜੋ ਕਿ ਸੁਪਰ ਪਾਵਰ ਸੀ, ਉਹਨੇ ਅਫਗਾਨਿਸਤਾਨ ਸੇ ਕਬਜ਼ਾ ਨਹੀਂ ਕਰ ਪਾਇਆ। ਫਿਰ ਅਮਰੀਕਾ 20 ਸਾਲ ਹੋ ਗਏ, ਹੁਣ ਤੱਕ ਉਹਨਾਂ ਨੇ ਆਪਣੀ ਤਰਫ ਪੂਰੀ ਕੋਸ਼ਿਸ਼ ਕੀਤੀ, ਪਰ ਲੇਕਿਨ ਆਰਾਮ ਨਹੀਂ ਪਈ ਅਫਗਾਨਿਸਤਾਨ ਵਿੱਚ। ਤੇ ਉਹਦੇ ਵਿੱਚ ਜਿਹੜੇ ਲੂਜ਼ਰ ਹੈਗੇ ਉਹ ਸਾਡੇ ਵਰਗੇ ਸਿਵਿਲੀਅਨਸ ਹੈਗੇ, ਜਿਨ੍ਹਾਂ ਨੂੰ ਆਪਣਾ ਮੁਲਕ ਛੋੜ ਕੇ ਜਾਣਾ ਪੈ ਗਿਆ, ਜਾਂ ਜਿਨ੍ਹਾਂ ਨੂੰ ਆਪਣੀ ਜ਼ਮੀਨ ਜਾਇਦਾਦ। ਵਰਲਡ ਪਾਵਰਸ ਤੁਸੀਂ ਸਮਝਦੇ ਹੋ ਬਤੌਰੇ ਯੂ ਬਿਲੋਂਗ ਟੂ ਅਫਗਾਨਿਸਤਾਨ, ਤੁਸੀਂ ਕਿਧਰੇ ਨਾ ਕਿਧਰੇ ਸਮਝਦੇ ਹੋ ਕਿ ਜਿਹੜੀ ਵਰਲਡ ਪਾਵਰਸ ਅਫਗਾਨਿਸਤਾਨ ਵਿੱਚ ਆਈਆਂ ਸੀ ਸ਼ਾਂਤੀ ਬਹਾਲ ਕਰਨ ਵਾਸਤੇ, ਉਹਨਾਂ ਦਾ ਕੋਈ ਇਤਨੇ ਵੱਡਾ ਕੋਈ ਸਕਸੈਸਫੁਲ ਰੋਲ ਨਹੀਂ ਰਿਹਾ, ਕਿਉਂਕਿ ਜਦ ਟਾਰਗੇਟਡ ਅਟੈਕਸ ਹੋ ਰਹੇ ਨੇ, ਪਲਾਇਨ ਹੋ ਰਿਹਾ ਹੈ, ਤੇ ਜਿਹੜੇ ਉੱਥੇ ਰਹਿਣਾ ਚਾਹੁੰਦੇ ਨੇ ਉਹ ਵਿਚਾਰੇ ਰਹਿ ਨਹੀਂ ਸਕਦੇ ਬਿਕੋਜ਼ ਇਟਸ ਐਨ ਇਸ਼ੂ ਆਫ ਸਰਵਾਈਵਲ, ਤੇ ਤੁਸੀਂ ਉਹ ਤੋਂ ਪਲਾਇਨ ਕਰਨਾ ਪੈ ਰਿਹਾ। ਤੁਹਾਡਾ ਜਜ਼ਬਾਤ ਨੇ ਉੱਥੇ ਰਹਿਣਾ ਚਾਹੁੰਦੇ ਹੋ, ਆਪਣੀ ਆਇਡੈਂਟੀਟੀ ਬਾਰੇ, ਆਪਣੀ ਡਿਸਟਿੰਕਟ ਆਇਡੈਂਟੀਟੀ ਨੂੰ ਯੂ ਆਰ ਪ੍ਰਾਊਡ ਆਫ ਦੈਟ, ਯੂ ਆਰ ਨਾਟ ਅਪੋਲੋਜੈਟਿਕ ਅਬਾਊਟ ਇਟ ਐਂਡ ਯੂ ਫਲੌਂਟ ਇਟ ਰਾਦਰ, ਜਿੱਧਰ ਚਾਹੋ ਕਿ ਮੈਂ ਅਫਗਾਨੀ ਸਿੱਖ ਹਾਂ, ਹਾਂਜੀ, ਇਸ ਨੂੰ ਬੜੇ ਪ੍ਰਾਊਡਲੀ ਤੁਸੀਂ ਪੇਸ਼ ਵੀ ਕਰਦੇ ਹੋ। ਲੇਕਿਨ ਫਿਰ ਵੀ ਉਧਰੋਂ ਪਲਾਇਨ ਹੋ ਰਹੇ ਨੇ। ਪਿਛਲੇ ਸਾਲ 500 ਸਿੱਖ ਤੇ ਇੰਡੀਆ ਆਇਆ ਸੀ, ਉਧਰੋਂ ਸਪੈਸ਼ਲ ਚਾਰਟਰਡ ਪਲੇਨਸ ਭੇਜੇ ਗਏ, ਤੇ ਇਹ ਜਿਹੜੇ ਹਾਲਾਤ ਨੇ ਕਿਤੇ ਨਾ ਕਿਤੇ ਤੁਸੀਂ ਇਹ ਸਮਝਦੇ ਹੋ ਕਿ ਕੋਈ ਨਾ ਕੋਈ ਇਸ ਤਰ੍ਹਾਂ ਦਾ ਭਾਣਾ ਵਰਤ ਰਿਹਾ ਹੈਗਾ ਕਿ ਜਿਸ ਵਿੱਚ ਜਿਹੜੇ where the buck should stop, it's not stopping there, ਜਿਨ੍ਹਾਂ ਦੀ ਰਿਸਪੌਂਸਿਬਿਲਿਟੀ ਹੈਗੀ ਹੈ, ਜਿਨ੍ਹਾਂ ਦੀ ਹੋਣੀ ਚਾਹੀਦੀ ਹੈ, ਉਹ ਇਸ ਤੋਂ ਮੁਨਕਰ ਹੋ ਰਹੇ ਨੇ, ਉਹ ਗੱਲ ਹੀ ਨਹੀਂ ਆਉਂਦੀ ਪਈ ਕਿਧਰੇ। ਦੇਖੋ ਅਫਗਾਨਿਸਤਾਨ ਦੀ ਜੋ ਸਰਕਾਰ ਹੈਗੀ ਉਹ ਬੜੀ ਕਮਜ਼ੋਰ ਸਰਕਾਰ ਹੈ, ਟੂ ਬੀ ਓਨੈਸਟ, ਹੈ ਨਾ। ਉਹ ਪਿਛਲੇ ਜਦ ਹੀ ਕਰਜ਼ਾਈ ਸਾਹਿਬ ਆਏ ਸਨ, ਸ਼ੁਰੂ ਤੇ ਸਾਨੂੰ ਬੜੀ ਸਾਨੂੰ ਇੱਕ ਖੁਸ਼ਹਾਲੀ ਸੀ ਕਿ ਹੁਣ ਅਮਰੀਕਾ ਆ ਗਿਆ, ਸੁਪਰ ਪਾਵਰ ਆ ਗਈ, ਸਾਡਾ ਮੁਲਕ ਹੁਣ 17ਵੀਂ ਸ਼ਤਾਬਦੀ ਤੋਂ 21ਵੀਂ ਸ਼ਤਾਬਦੀ ਆ ਜਾਏਗਾ। ਸਾਨੂੰ ਇੱਕ ਬਹੁਤ ਇੱਕ ਸਾਰੇ ਅਫਗਾਨੀ ਨੂੰ, ਸਾਡੀ ਅਫਗਾਨੀ ਬਰਾਦਰੀ ਨੂੰ ਇੱਕ ਆਸ਼ਾ ਸੀ ਕਿ ਹੁਣ ਆਰਾਮੀ ਆ ਜਾਏਗੀ, ਅਮਨੀਅਤ ਆ ਜਾਏਗੀ ਸਾਡੇ ਮੁਲਕ ਵਿੱਚ। ਕਰਜ਼ਾਈ ਸਾਹਿਬ ਦਾ ਪਹਿਲੇ 4-5 ਸਾਲ ਜੋ ਟਰਮ ਸੀਗੀ ਪਹਿਲਾਂ, ਉਹ ਬਹੁਤ ਠੀਕ ਰਹੀ, देयर वाज अ रेकंसिलिएशन, ਪਰ ਸੈਕੰਡ ਟਰਮ ਉਸ ਤੋਂ ਬਾਅਦ ਸਿਚੁਏਸ਼ਨ ਡਿਟੀਰੀਏਟ ਹੋ ਗਈ। ਤੇ ਦੂਜਾ ਅਗਰ ਦੇਖਿਆ ਜਾਵੇ ਯੂਨਾਈਟਿਡ ਸਟੇਟਸ ਦਾ ਵੀ, ਜੋ ਅਮਰੀਕਾ ਦਾ ਵੀ ਜਿਹੜਾ ਧਿਆਨ ਵੜਿਆ ਗਿਆ ਜਦ ਉਹਨਾਂ ਨੇ ਇਰਾਕ ਤੇ ਅਟੈਕ ਕਰਤਾ, ਜੇ ਉਹਨਾਂ ਦਾ ਫੋਕਸ ਸਿਰਫ ਅਫਗਾਨਿਸਤਾਨ ਤੇ ਰਹਿੰਦਾ ਸ਼ਾਇਦ ਸਾਡੀ ਸਿਚੁਏਸ਼ਨ ਮਚ ਬੈਟਰ ਹੁੰਦੀ, ਪਰ ਉਹਨਾਂ ਨੇ ਇਰਾਕ ਤੇ ਫੋਕਸ ਕਰਤਾ ਤਾਂ ਉਹ ਉੱਥੇ ਗੱਲ ਖਰਾਬ ਹੋ ਗਈ। ਤੇ ਹੁਣ ਕਰਜ਼ਾਈ geopolitical crossfire, that's it, and now we have ਸਾਹਿਬ ਹੈਗੇ, ਉਹਨਾਂ ਨੇ ਵੀ ਬੜੀ ਕੋਸ਼ਿਸ਼ ਕੀਤੀ ਪਰ ਲਈ ਕੰਟਰੋਲ ਨਹੀਂ ਕਰ ਪਾਇਆ ਅਫਗਾਨਿਸਤਾਨ ਤੇ। ਹੁਣ ਤਾਲਿਬਾਨ ਫॉर एग्जांपल ਸਦਰਨ ਪ੍ਰੋਵਿੰਸਸ, ਠੀਕ ਹੈ, ਸਦਰਨ ਪ੍ਰੋਵਿੰਸਸ ਤਾਲਿਬਾਨ ਸ਼ਿਕਸਤ ਹੋ ਗਈ ਸੀ ਉਹਨਾਂ ਨੂੰ, ਪਰ ਹੁਣ ਫਿਰ ਕਬਜ਼ਾ ਕਰ ਲਿਆ ਉਹ ਪ੍ਰੋਵਿੰਸ। ਕੰਧਾਰ ਹੋ ਗਿਆ ਫॉर एग्जांपल, ਹੈਲਮੰਦ ਹੋ ਗਿਆ, ਉਹਨਾਂ ਨੇ ਉਰਜ਼ਗਾਨ ਹੋ ਗਿਆ, ਉਹਨਾਂ ਨੇ ਫਿਰ ਉਹਨਾਂ ਦਾ ਕਬਜ਼ਾ ਆ ਗਿਆ। ਤੇ ਜਿਹੜੀ ਵਰਲਡ ਪਾਵਰਸ ਹੈਗੀਆਂ ਫॉर ਸਮ ਰੀਜ਼ਨ, ਹੈ ਨਾ, ਜੋ ਪ੍ਰੋਗਰੈਸ ਸੀਗੀ ਉਹ ਵਾਪਸ ਪਿੱਛੇ ਆ ਗਈ, ਜੋ ਪਿਛਲੇ 20 ਸਾਲ। Now with drawdown plan in the coming months,
do you foresee an end to this endless crisis? To be honest, I'm going to sound very pessimistic, but to be the reality is not. देखो 40 साल हो गए, मेरी उम्र में 43 साल ਦਾ ਹੈਗਾ ਜਦ ਦਾ ਮੈਂ ਪੈਦਾ ਹੋਇਆ ਫॉर एग्जांपल ਤਦ ਦੀ ਅਫਗਾਨਿਸਤਾਨ ਇੰਸਟੇਬਿਲਿਟੀ ਹੈਗੀ ਹਾਂ ਐਜ਼ ਐਨ ਅਫਗਾਨ ਅਸੀਂ ਚਾਹੁੰਦੇ ਹਾਂ ਕਿ ਸਾਡੇ ਮੁਲਕ ਵਿਖੇ ਸਾਡੇ ਪੂਰਵਜ ਦੇ ਮੁਲਕ ਵਿਖੇ ਅਮਨੀਅਤ ਆਏ ਸ਼ਾਂਤੀ ਆਏ ਪਰ ਸਾਨੂੰ ਲੱਗਦਾ ਨਹੀਂ ਹੈ ਕਿ ਉਹ ਉੱਥੇ ਸ਼ਾਇਦ ਸਾਡੇ ਲਾਈਫ ਟਾਈਮ ਵਿਖੇ ਉਹ ਅਮਨੀਅਤ ਨਹੀਂ ਆਏ ਲੱਗਦਾ ਨਹੀਂ ਸਾਨੂੰ ਤੇ ਸਾਡੀ ਕਮਿਊਨਿਟੀ ਵੈਸੇ ਆਲਰੇਡੀ ਬਾਹਰ ਆ ਹੀ ਚੁੱਕੀ ਹੈ ਨਾ ਉੱਥੇ ਹੁਣ ਜਿੱਦਾਂ ਤੁਸੀਂ ਕਿਹਾ ਸਿਰਫ 200-250 ਬੰਦਾ ਰਹਿ ਗਿਆ ਹੋਰ ਹੈ ਉਹ ਜਿਹੜੇ ਲੋਕ ਰਹਿ ਗਏ ਨੇ ਉਹ ਆਪਣੇ ਗੁਰਦੁਆਰੇ ਗੁਰਧਾਮਾਂ ਦੀ ਲਈ ਬੈਠੇ ਨੇ ਉਹ ਕਹਿੰਦੇ ਅਸੀਂ ਆਪਣੇ ਸਾਡੇ ਜਿਹੜੀ ਹਿਸਟੋਰੀਕਲ ਪਲੇਸਸ ਹੈਗੇ ਅਸੀਂ ਉਹ ਛੱਡ ਕੇ ਜਾਣ ਜਾਂਦੇ ਉਹ ਉਹਨਾਂ ਦੀ ਦੇਖਭਾਲ ਲਈ ਬੈਠੇ ਨੇ ਅਫਗਾਨਿਸਤਾਨ ਵਿੱਚ ਫਿਲਹਾਲ ਤੇ ਉਸ ਤੋਂ ਬਾਅਦ ਉਹ ਵੀ ਜ਼ਿਆਦਾਤਰ ਆਦਮੀ ਹੈਗੇ ਤੇ ਬੱਚਿਆਂ ਤੇ ਔਰਤਾਂ ਤੇ ਬੱਚੇ ਨਿਕਲ ਆਏ ਨੇ ਮੁਲਕ ਛੱਡ ਕੇ ਨਿਕਲ ਆਏ ਨੇ ਬਾਹਰ ਮੋਸਟਲੀ ਮੈਨੂੰ ਗੱਲ ਦੱਸੋ ਕਿ ਆਪਾਂ ਅਕਸਰ ਵੇਖਦੇ ਹਾਂ ਦੁਨੀਆ ਵਿੱਚ ਕਿ ਜਿਹੜਾ ਪੰਜਾਬ ਦਾ ਸਿੱਖ ਹੈਗਾ ਪੰਜਾਬੀ ਹੈਗਾ ਡਾਇਸਪੋਰਾ ਦੇ ਵਿੱਚ ਹੈਗਾ ਤੇ ਉਹ ਕੋਈ ਗੱਲ ਕੌਮ ਨਾਲ ਕਿਧਰੇ ਨਾ ਕਿਸੇ ਵੀ ਦੁਨੀਆ ਦੇ ਕੋਨੇ 'ਚ ਹੋਵੇ ਤੇ ਬੜਾ ਐਕਟਿਵਲੀ ਬੜਾ ਅਸਰਟਿਵਲੀ ਉਸ ਨੂੰ ਟੇਕ ਅਪ ਕਰਦਾ ਹੈ ਜੀ ਪਰ ਜਿੱਥੋਂ ਤੱਕ ਅਫਗਾਨ ਸਿੱਖਾਂ ਦੀ ਗੱਲ ਆਉਂਦੀ ਹੈ ਕਿ ਅਫਗਾਨ ਸਿੱਖ ਇਫ ਵੀ I know it's an apple to orange comparison ਪਰ ਕਿਧਰੇ ਨਾ ਕਿਧਰੇ ਅਫਗਾਨ ਸਿੱਖ ਕੀ ਡੋਸਾਈਲ ਨੇ ਜਾਂ ਉਹਨਾਂ ਦੀ ਲੌਬਿੰਗ ਜਿਹੜੀ ਹੈਗੀ ਹੈ ਉਹ ਇਤਨੀ ਸਟਰੋਂਗ ਨਹੀਂ ਹੈਗੀ ਜਿਤਨੀ ਪੰਜਾਬ ਦੇ ਸਿੱਖਾਂ ਦੀ ਹੈ ਕਿ ਇੰਨੀ ਅੰਡਰ ਰਿਪੋਰਟਿੰਗ ਹੋਵੇ ਪੂਰਾ ਦਾ ਪੂਰਾ ਕਲਚਰ ਉਖੜ ਚੁੱਕਾ ਹੋਵੇ ਉਧਰੋਂ ਦੀ ਤੇ ਬਸ ਉਹ ਇੱਕ ਖਬਰ ਆਉਂਦੀ ਹੈ ਖਬਰ ਦੇ ਨਾਲ ਇੱਕ ਥੋੜੀ ਬਹੁਤ ਇੱਕ ਸਟੋਰੀ ਟੈਲਿੰਗ ਹੋ ਜਾਂਦੀ ਹੈ ਉਸ ਤੋਂ ਬਾਅਦ ਖਬਰ ਅਲੋਪ ਹੋ ਜਾਂਦੀ ਹੈ ਕਾਰਨ ਕੀ ਹੈ ਕਿ ਇਸ ਦੀ ਇੰਟਰਨੈਸ਼ਨਲ ਕਮਿਊਨਿਟੀ ਇਸ ਨੂੰ ਇਤਨਾ ਸੀਰੀਅਸਲੀ ਕਿਉਂ ਨਹੀਂ ਲੈ ਰਹੀ ਜਦਕਿ ਉਹ ਹੋਰ ਪੰਜਾਬ ਦੇ ਜਿਸ ਤਰ੍ਹਾਂ ਹੁਣ ਕਿਸਾਨੀ ਮੁੱਦਾ ਹੋਇਆ ਜਾਂ ਜੋ ਪ੍ਰੋਟੈਸਟ ਚੱਲ ਰਹੇ ਨੇ ਬੜਾ ਉਸਨੇ ਟੇਕ ਅਪ ਕੀਤਾ ਕਿਉਂ ਅਫਗਾਨ ਸਿੱਖਾਂ ਦੀ ਗੱਲ ਆਉਂਦੀ ਹੈ ਉਸਨੂੰ ਓਵਰਆਲ ਜਿਹੜਾ ਵਰਲਡ ਕਮਿਊਨਿਟੀ ਹੈ ਉਸਨੂੰ ਟੇਕ ਅਪ ਨਹੀਂ ਕਰਦੀ ਗੱਲ ਵੀ ਜੀ ਸਿੱਧਾ ਹੈ ਕਿ ਨੰਬਰਸ ਦੀ ਹਾਂ ਅਗਰ ਤੁਸੀਂ ਦੇਖਿਆ ਜਾਵੇ ਇੱਕ ਮਿੰਟ ਮੈਂ ਨੰਬਰ ਤੁਹਾਨੂੰ ਗੱਲ ਕਰਾਂਗਾ ਅਗਰ ਆਪਾਂ ਪੰਜਾਬ ਦੀ ਕਮਿਊਨਿਟੀ ਦੀ ਵੀ ਗੱਲ ਕਰੀਏ ਉਹ ਵੀ ਕੋਈ ਬਹੁਤੇ ਨਹੀਂ ਹੈਗੇ ਇੰਡੀਆ ਵਿੱਚ ਵੀ ਉਹ ਸਿਰਫ 2% ਨੇ ਬਲਕਿ 2% ਤੋਂ ਵੀ ਅੱਗੇ ਪਿੱਛੇ ਹੀ ਨੇ ਤੇ ਬਾਹਰ ਵੀ ਕੋਈ ਇਤਨੇ ਨਹੀਂ ਕਿ 25-30 ਲੱਖ ਸਿੱਖ ਹੋਣੇ ਨੇ ਇਟਸ ਨਾਟ ਜਸਟ ਅਬਾਊਟ ਨੰਬਰਸ ਇਟਸ ਅਬਾਊਟ ਲੌਬਿੰਗ ਆਈ ਬਿਲੀਵ ਤੇ ਕੀ ਤੁਹਾਡੀ ਲੌਬਿੰਗ ਦੇ ਵਿੱਚ ਕੁਝ ਥੋੜੀ ਬਹੁਤ ਚੈਲੰਜਸ ਨੇ ਜਿਹੜਾ ਤੁਸੀਂ ਉਹ ਨਹੀਂ ਦੂਰ ਕਰ ਪਾਏ ਲੌਬੀ ਦੇਖੋ ਸਾਡਾ ਜਿਹੜਾ ਕਮਿਊਨਿਟੀ ਹੈਗੀ ਉਹਨਾਂ ਦਾ ਮੇਨ ਫੋਕਸ ਹੁੰਦਾ ਜਿਹੜੇ ਸਾਡੇ ਲੋਕ ਖਾਸ ਕਰ ਪੱਛਮੀ ਮੁਲਕਾਂ ਚ ਆ ਗਏ ਨੇ ਯੂਰਪ ਹੋ ਗਿਆ ਨਾਰਥ ਅਮਰੀਕਾ ਹੋ ਗਿਆ ਸਾਡਾ ਇਹ ਹੁੰਦਾ ਕਿ ਅਸੀਂ ਲੌਬੀ ਕਰਨੀ ਲੋਕਲ ਇਹਨਾਂ ਦੇ ਮੁਲਕਾਂ ਚ ਸਾਡੀ ਜਿਹੜੇ ਐਮਪੀਜ਼ ਹੈਗੇ ਉਹਨਾਂ ਨੂੰ ਅਸਾਲਮ ਕੇਸ ਦੇ ਕਾਰਨ ਜਿਹੜੇ ਲੋਕ ਆ ਕੇ ਇੱਥੇ ਪਨਾਹ ਮੰਗਦੇ ਨੇ ਉਹਨਾਂ ਨੂੰ ਉੱਥੇ ਐਕਸੈਪਟ ਕੀਤਾ ਜਾਏ ਟੂ ਬੀ ਵੈਰੀ ਓਨੈਸਟ ਦੈਟ ਹੈਜ਼ ਬੀਨ ਵੈਰੀ ਵੈਲ ਜਿਹੜੇ ਬੰਦੇ ਸਾਡੇ ਅਫਗਾਨਿਸਤਾਨ ਛੱਡ ਕੇ ਅੱਜ ਯੂਕੇ ਵਿੱਚ ਯੂਰਪ ਜਰਮਨੀ ਜਿੱਥੇ ਵੀ ਵੇਖ ਲਓ ਆਸਟਰੀਆ ਰਹਿ ਰਹੇ ਨੇ ਪਿਛਲੇ 20 ਸਾਲ ਦੇ ਮੈਂ ਆਪ ਮੈਨੂੰ 20-25 ਸਾਲ ਹੋ ਗਏ ਇੱਥੇ ਮੈਂ ਰਹਿ ਰਿਹਾ ਤੇ ਮੈਂ ਦੇਖੇ ਜਾ ਰਿਹਾ ਕਿ ਜੋ ਪਹਿਲੇ ਇੱਕ ਅਵੇਅਰਨੈਸ ਨਹੀਂ ਸੀਗੀ ਹੁਣ ਅਵੇਅਰਨੈਸ ਹੈਗੀ ਹੁਣ ਇੱਥੇ ਦੇ ਲਾਅ ਮੇਕਰਸ ਹੈਗੇ ਉਹਨਾਂ ਨੂੰ ਪਤਾ ਹੈ ਕਿ ਹਾਂ ਅਫਗਾਨਿਸਤਾਨ ਹਿੰਦੂਜ਼ ਵੀ ਰਹਿੰਦੇ ਨੇ ਸਿੱਖ ਵੀ ਰਹਿੰਦੇ ਨੇ ਉਹਨਾਂ ਦੀ ਕੀ ਮੁਸ਼ਕਲਾਤਾਂ ਹੈਗੀਆਂ ਤੇ ਹੁਣ ਉਹਨਾਂ ਨੂੰ ਵੀਜ਼ੇ ਵੀ ਮਿਲਦੇ ਨੇ ਜੋ ਇਹ ਪਹਿਲਾਂ ਅੱਜ ਤੋਂ 10 ਸਾਲ ਪਹਿਲੇ 15 ਸਾਲ ਪਹਿਲੇ ਬਹੁਤ ਡਿਫਿਕਲਟ ਸੀਗਾ ਕਈਆਂ ਨੂੰ ਪਨਾਹ ਮੰਗਦੇ ਸਨ ਉਹਨਾਂ ਨੂੰ 2-2 3-3 4-4 5-5 ਸਾਲ ਲੱਗਦੇ ਸਨ ਉਹਨਾਂ ਨੂੰ ਰੈਫਿਊਜੀ ਸਟੇਟਸ ਮਿਲਣ ਨੂੰ ਹੁਣ ਗੁਰੂ ਦੀ ਕਿਰਪਾ ਨਾਲ that happens within few months ਹੈ ਨਾ mostly of course ਕਈ ਵਾਰ ਕਈਆਂ ਦੇ individual cases ਹੁੰਦੇ ਨੇ that goes on for maybe couple of them for months or even years ਆਪਾਂ ਗੱਲ ਕਰ ਰਹੇ ਹਾਂ ਅਸਾਈਲਮ ਦੀ ਗੱਲ ਕਰ ਰਹੇ ਹਾਂ ਮੈਂ ਪਹਿਲੇ ਤੁਹਾਨੂੰ ਗੱਲ ਕਲੀਅਰ ਕਰ ਦਿੱਤੀ ਸੀ ਕਿ ਇਹ ਇੱਕ ਨੈਰੇਟਿਵ ਬਣਿਆ ਹੈ ਕਿ ਤੋਂ ਪਲਾਇਨ ਹੋ ਰਿਹਾ ਹੈ ਔਰ ਪਲਾਇਨ ਦੇ ਵਿੱਚ ਜਿਹੜਾ ਇੱਕ ਇੰਟਰਨੈਸ਼ਨਲ ਲਾਅ ਵੀ ਹੈਗਾ ਯੂਰਪ ਦੇ ਵੀ ਲਾਅ ਹੈਗੇ ਨੇ ਵੱਖਰੇ ਕੈਨੇਡਾ ਦਾ ਵੀ ਹੈਗਾ ਔਰ ਉਸ ਵਿੱਚ ਭਾਵੇਂ ਉਹ ਅਫਗਾਨਿਸਤਾਨ ਹੋਵੇ ਸੀਰੀਆ ਹੋਵੇ ਤੇ ਅਲੱਗ-ਅਲੱਗ ਜਿਹੜੇ ਵੀ ਰਿਫਿਊਜੀ ਕਨਵੈਨਸ਼ਨ ਦੇ ਸਿਗਨੇਟਰੀਜ਼ ਨੇ ਉਹ ਉਹਨਾਂ ਨੂੰ ਹੈਲਪ ਕਰਦੇ ਇਹ ਗੱਲ ਹੋ ਗਈ ਉਸ ਦੀ ਲੇਕਿਨ ਜਿਹੜੇ ਹੁਣ ਫਰਜ਼ ਕਰੋ 200 ਸਿੱਖ ਉੱਥੇ ਜਿਹੜੇ ਹੈਗੇ ਨੇ 200-250 ਸਿੱਖ ਹੈਗੇ ਨੇ ਉਹਨਾਂ ਦੀ ਸੇਫਟੀ ਵਾਸਤੇ ਉਹਨਾਂ ਦੀ ਸਿਕਿਉਰਿਟੀ ਵਾਸਤੇ ਉਹਨਾਂ ਦੇ ਸਰਵਾਈਵਲ ਵਾਸਤੇ ਉਧਰ ਅਫਗਾਨ ਸਿੱਖ ਕਮਿਊਨਿਟੀ ਔਰ ਬਲਕਿ ਕੀ ਉਹਨਾਂ ਨੂੰ ਉਤਨੀ ਡਾਇਸਪੋਰਾ ਤੋਂ ਦੂਸਰੇ ਪੰਜਾਬ ਦੇ ਡਾਇਸਪੋਰਾ ਤੋਂ ਉਤਨੀ ਮਦਦ ਮਿਲਦੀ ਹੈ ਜਿਤਨੀ ਮਿਲਣੀ ਚਾਹੀਦੀ ਹੈ ਆਈ ਐਮ ਬੀਇੰਗ ਵੈਰੀ ਓਨੈਸਟ ਹੀਅਰ you're right unfortunately not ਦੇਖੋ ਸਿੱਧੀ ਗੱਲ ਜਿਹੜੀ ਹੈ ਨਹੀਂ ਮਿਲ ਰਹੀ and ਉਸ ਵਿੱਚ as a community I think it's a failure that we not be able to help
provide them that help. ਪਰ ਦੇਖੋ ਅਗਰ ਤੁਸੀਂ ਦੇਖਿਆ ਜਾਵੇ ਪਿਛਲੇ ਸਾਲ ਜੋ ਕਾਂਡ ਹੋਇਆ ਕਾਬੁਲ ਵਿਖੇ, ਉਸ ਤੋਂ ਬਾਅਦ ਸਾਡੀ ਜਿਹੜੀ ਕਮਿਊਨਿਟੀ ਹੈ, ਸਿੱਖ ਕਮਿਊਨਿਟੀ ਇਨ ਜਨਰਲ, ਪੰਜਾਬ ਸਿੱਖ ਕਮਿਊਨਿਟੀ, ਟੂ ਬੀ ਓਨੈਸਟ, ਅਮਰੀਕਾ ਤੋਂ ਸਰਦਾਰ ਪਰਮਜੀਤ ਸਿੰਘ ਬੇਦੀ ਉਹਨਾਂ ਨੇ ਜਿਹੜੇ ਹੈਗੇ ਸਾਡੇ ਵਾਨੀ ਸਿੱਖ ਹੈਗੇ, ਉਹਨਾਂ ਨੇ ਲੋਬੀ ਉੱਥੇ ਦੇ ਸਿੱਖਾਂ ਨੂੰ, ਨਾਲ ਸਾਡੇ ਕੈਨੇਡਾ ਦੇ ਕਈ ਸਾਰੀ ਸੰਸਥਾਵਾਂ ਹੈਗੀਆਂ, ਉਹਨਾਂ ਨਾਲ ਮਿਲ ਕੇ get these ਜੋ 300-400-500 ਬੰਦਾ ਲਗਭਗ ਅਫਗਾਨਿਸਤਾਨ ਤੋਂ ਉਹਨਾਂ ਨੇ ਪਹਿਲੇ ਹੁਣ ਇੰਡੀਆ ਕੱਢਿਆ, ਉਹ ਇੰਡੀਆ ਵੇਟ ਕਰ ਰਹੇ ਨੇ ਫਿਲਹਾਲ ਰੀਸੈਟਲ ਹੋਣ ਲਈ ਪੱਛਮੀ ਮੁਲਕਾਂ 'ਚ, ਹੈ ਨਾ। that is also quite painful process, ਕਿਉਂਕਿ first they have to get refugee status in India, and then we are lobbying the Canadian or US governments to maybe get them resettled in the Western countries, or long term hage, but it doesn't happen overnight, so we try to help them. ਪਰ ਜਿਹੜੀ ਗੱਲ ਤੁਸੀਂ ਗੱਲ ਕੀਤੀ, ਜਿਹੜੇ ਯੂਰਪ ਵਿੱਚ ਬੰਦੇ ਅਗਰ ਆਉਂਦੇ ਨੇ ਉਹਨਾਂ ਨੂੰ ਆਟੋਮੈਟਿਕਲੀ ਕਬੂਲ ਕੀਤਾ ਜਾਂਦਾ ਐਜ਼ ਅ ਰੈਫਿਊਜੀ, ਦੈਟਸ ਨਾਟ ਵੈਰੀ ਟਰੂ ਆਈਦਰ। ਖਾਸ ਕਰ ਯੂਰਪੀਅਨ ਮੁਲਕਾਂ 'ਚ ਇਹਨਾਂ ਦੀ ਰੈਫਿਊਜੀ ਪਾਲਿਸੀ ਬੜੀ ਸਟ੍ਰਿਕਟ ਹੁੰਦੀ ਜਾ ਰਹੀ ਹੈ ਈਅਰ ਬਾਈ ਈਅਰ। ਫਿਲਹਾਲ ਯੂਕੇ ਵਿੱਚ ਵੀ ਇਹਨਾਂ ਨੇ ਕਿ ਅਸੀਂ ਅਸਾਲਮ ਦੇ ਕੇਸਿਸ ਹੈਗੇ ਹੋਰ ਸਖਤ ਕਰਨੇ ਨੇ, ਜਿਹੜੇ ਬੰਦੇ ਆ ਰਹੇ ਨੇ ਅਫਗਾਨਿਸਤਾਨ ਤੋਂ ਜਾਂ ਹੋਰ ਕਿਹੜੇ ਵੀ ਮੁਲਕ ਤੋਂ ਆ ਰਹੇ ਨੇ। ਸੋ ਵੀ ਆਰ ਫੇਸਿੰਗ ਚੈਲੰਜਿਸ ਉੱਥੇ। ਫਿਰ ਅਸੀਂ ਜਿਹੜੇ ਸਥਾਨਿਕ ਸਿੱਖ ਜਥੇਬੰਦੀ ਹੈਗੀਆਂ, ਸਿੱਖ ਆਰਗੇਨਾਈਜੇਸ਼ਨਸ ਹੈਗੀਆਂ, ਭਾਵੇਂ ਯੂਕੇ ਦੀ ਹੋ ਗਈਆਂ, ਭਾਵੇਂ ਯੂਰਪ ਦੀ ਹੋ ਗਈਆਂ, ਅਸੀਂ ਉਹਨਾਂ ਨਾਲ ਮਿਲ ਕੇ ਜਿਹੜੀ ਯੂਰੋਪੀਅਨ ਸਰਕਾਰਾਂ ਹੈਗੀਆਂ ਉਹਨਾਂ ਨਾਲ ਲੌਬੀ ਕਰਦੀਆਂ ਕਿ ਨਹੀਂ, ਜਿਹੜੇ ਬੰਦੇ ਸਾਡੇ ਆ ਰਹੇ ਨੇ ਅਫਗਾਨਿਸਤਾਨ ਤੋਂ, ਤੁਸੀਂ ਪਲੀਜ਼ ਇਹਨਾਂ ਨੂੰ ਇਹਨਾਂ ਦੇ ਰੈਫਿਊਜੀ ਸਟੇਟਸ ਕਬੂਲ ਕਰੋ, ਰੱਦ ਨਾ ਕਰੋ। ਸੋ ਵੀ ਆਰ ਵਰਕਿੰਗ ਔਨ ਦੈਟ ਐਕਟਿਵਲੀ ਹੇਅਰ ਇਨ ਦ ਵੈਸਟ। ਨਹੀਂ, ਉਹ ਰੈਫਿਊਜੀ ਵਾਸਤੇ ਮੈਂ ਤੁਹਾਨੂੰ ਪਹਿਲੀ ਗੱਲ ਕਰ ਲਈ, ਮੈਂ ਕਹਿ ਰਿਹਾ ਉਹ ਜਿਹੜੇ 250 ਸਿੱਖ ਉੱਥੇ ਬਚੇ ਹੋਏ ਨੇ, ਉਹਨਾਂ ਵਾਸਤੇ ਕਿਹੜੇ ਯਤਨ ਕੀਤੇ ਜਾ ਰਹੇ ਨੇ ਡਾਇਸਪੋਰੇ ਵੱਲੋਂ, ਖਾਸ ਕਰਕੇ ਪੰਜਾਬ ਦੇ ਡਾਇਸਪੋਰੇ ਵੱਲੋਂ, ਉਸਦਾ ਤੁਹਾਨੂੰ ਕੋਈ ਇਲਮ ਹੈ? ਉਹਦਾ ਟੂ ਬੀ ਓਨੈਸਟ ਇਟਸ ਜਿਹੜੇ ਬੰਦੇ ਆਉਣਾ ਚਾਹੁੰਦੇ ਸਨ ਆਲਰੇਡੀ ਨਿਕਲ ਆਏ ਨੇ। ਮੈਂ ਉਹਨਾਂ ਦੀ ਸੇਫਟੀ ਦੀ ਗੱਲ ਕਰ ਰਿਹਾ ਉੱਥੇ ਅਫਗਾਨਿਸਤਾਨ ਵਿੱਚ, ਬਿਕੋਜ਼ ਤੁਸੀਂ ਗੱਲ ਕਹੀ ਹੈ ਕਿ ਉਧਰ ਰਹਿਣਾ ਚਾਹੁੰਦੇ ਨੇ ਆਪਣੇ ਗੁਰੂ ਧਾਮਾਂ ਵਾਸਤੇ, ਕਿ ਅਸੀਂ ਉੱਥੇ ਰਹਾਂਗੇ ਔਰ ਪੂਰਾ ਟੇਕ ਕੇਅਰ ਕਰਾਂਗੇ ਜਿਹੜੇ ਗੁਰੂ ਧਾਮ ਹੈਗੇ ਨੇ ਉੱਥੇ, ਤੇ ਕੀ ਉਹਨਾਂ ਦੀ ਸੇਫਟੀ ਔਰ ਸਿਕਿਉਰਿਟੀ ਵਾਸਤੇ ਤੁਹਾਨੂੰ ਡਾਇਸਪੋਰੇ ਕੋਲੋਂ, ਪੰਜਾਬੀ ਡਾਇਸਪੋਰੇ ਕੋਲੋਂ ਉਹ ਮਦਦ ਮਿਲ ਰਹੀ ਹੈ ਜਿਹੜੀ ਤੁਸੀਂ ਐਕਸਪੈਕਟ ਕਰਦੇ ਹੋ, ਜਾਂ ਤੁਸੀਂ ਆਪਣੇ ਲੈਵਲ ਦੇ ਉੱਤੇ ਕੋਸ਼ਿਸ਼ ਕਰ ਰਹੇ ਹੋ ਕਿ ਉਹ ਉੱਥੇ ਸੇਫ ਰਹਿਣ? ਅਸੀਂ ਆਪਣੇ ਲੈਵਲ ਦੇ ਉੱਤੇ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਸਾਡੇ ਆਲਰੇਡੀ ਇੱਥੇ ਇੱਕ ਅਫਗਾਨਿਸਤਾਨ ਦੇ ਸਾਡੇ MP ਹੈਗੇ ਨਰਿੰਦਰਪਾਲ ਸਿੰਘ ਜੀ ਖਾਲਸਾ, ਜੋ ਇੱਕ ਸਾਡੇ ਇੱਕ ਨੁਮਾਇੰਦੇ ਨੇ, ਤੇ ਉੱਥੇ ਸਾਡੀ ਇੱਕ ਹੈ ਹੋਰ ਭੈਣ ਵੀ ਹੈਗੀ ਅਨਾਰਕਲੀ ਕੌਰ, ਉਹ ਵੀ ਪੂਰਵ ਸੈਨੇਟਰ ਰਹਿ ਚੁੱਕੇ ਅਫਗਾਨਿਸਤਾਨ ਵਿਖੇ। ਉਹ ਦੇ ਐਟ ਦਾ ਮੋਮੈਂਟ ਉਨੀ ਜਿਹੜੀ ਕਮਿਊਨਿਟੀ ਹੈਗੀ ਰਹਿ ਰਹੀ ਹੈ, ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰ ਰਹੇ ਨੇ, ਮੁਹੱਈਆ ਕਰਾ ਰਹੇ ਨੇ। But as I said, it remains difficult because Afghanistan is a fragile state. There's a terrorist attacks in the country on weekly basis, even on daily basis throughout the whole country. So it remains difficult. ਹੁਣ ਅਗਰ ਤੁਸੀਂ ਦੇਖੋ, for example, ਕੋਈ IED bomb explode ਹੁੰਦਾ ਹੈ downtown ਕਾਬੁਲ ਵਿਖੇ, ਜਾਂ ਕੋਈ ਜਾ ਕੇ ਕਾਰ ਵਿੱਚ ਬੰਬ ਰੱਖ ਦਿੰਦਾ ਹੈ ਨਾ, ਤੇ ਜਿਹੜੇ ਲੋਕ ਸਥਾਨਿਕ ਲੋਕ ਆ ਰਹੇ ਨੇ, ਜਾ ਰਹੇ ਨੇ, ਹਨਾ, ਕਦੀ ਵੀ ਕੋਈ ਕਿਸੇ ਦਾ ਹਮਲੇ ਦਾ ਸ਼ਿਕਾਰ ਹੋ ਸਕਦਾ ਹੈ, ਕੋਈ ਵੀ ਸਿਵਿਲੀਅਨ। ਤੇ ਜੋ ਗਵਰਨਮੈਂਟ ਹੈਗੀ ਫਿਲਹਾਲ ਉਹ ਕਮਜ਼ੋਰ ਹੈ, ਸਟਰੋਂਗ ਨਹੀਂ ਹੈ ਅਫਗਾਨਿਸਤਾਨ ਦੀ। ਉਹ ਆਪਣੀ ਤਰਫੋਂ ਕੋਸ਼ਿਸ਼ ਕਰ ਰਹੇ ਨੇ ਸਿਕਿਉਰਿਟੀ ਪ੍ਰੋਵਾਈਡ ਕਰਨ ਦੀ, ਪਰ ਉਹਨਾਂ ਦੇ ਵਾਸਤੇ ਚ ਨਹੀਂ ਹੈ। ਜੇ ਹੁੰਦਾ ਤਾਂ ਪਿਛਲੇ 20 ਸਾਲ ਤੇ ਅਫਗਾਨਿਸਤਾਨ ਲੈਟ ਮੀ ਪੁੱਟ ਇਟ ਦਿਸ ਵੇ, ਕਿ ਤੁਸੀਂ ਚਾਹੋਗੇ ਕਿ ਬਿਕੋਜ਼ ਜ਼ਿਆਦਾ ਕੰਸੋਲੀਡੇਟਡ ਹੈਗਾ ਪੰਜਾਬੀ ਡਾਇਸਪੋਰਾ ਉੱਥੇ ਬਾਹਰਲੇ ਮੁਲਕਾਂ ਦੇ ਵਿੱਚ, ਉਹ ਇੰਟਰਨੈਸ਼ਨਲ ਕਮਿਊਨਿਟੀ ਨਾਲ ਸਟਰੋਂਗਲੀ ਲੌਬੀ ਕਰੇ ਉਧਰ ਜਿਹੜੇ 200-250 ਜਿਹੜੀ ਸਿੱਖ ਰਹਿ ਗਏ ਨੇ ਉਹਨਾਂ ਵਾਸਤੇ? ਵੁੱਡ ਯੂ ਐਕਸਪੈਕਟ ਦੈਟ? 100%। ਦੇਖੋ, ਇਹ ਜਿਹੜੇ ਪੰਜਾਬੀ ਭਰਾ ਨੇ, ਸਾਡੇ ਭਰਾ ਨੇ, ਸਾਡੇ ਗੁਰਸਿੱਖ ਭਰਾ ਨੇ, ਪੂਰੇ ਦੁਨੀਆ 'ਚ ਰਹਿ ਰਹੇ ਨੇ, ਤੇ ਬਿਕੋਜ਼ ਜੋ ਲੱਖਾਂ ਦੀ ਤਾਦਾਦ ਵਿੱਚ ਯੂਰਪ ਤੇ ਨਾਰਥ ਅਮਰੀਕਾ 'ਚ ਸਾਡੇ ਸਿੱਖ ਬਰਾਦਰੀ ਰਹਿ ਰਹੀ ਹੈ, ਤੇ ਜਿਹੜੇ ਪੰਜਾਬੀ ਸਿੱਖ ਜਿਹੜੇ ਹੈਗੇ ਨੇ ਉਹ ਦੇ ਆਰ ਵੈਲ ਸੈਟਲਡ, ਤੇ ਕਾਫੀ ਜਨਰੇਸ਼ਨਸ ਤੋਂ ਇੱਥੇ ਰਹਿ ਰਹੇ ਨੇ। ਉਹਨਾਂ ਦੀ ਲੌਬਿੰਗ ਪਾਵਰ ਬਹੁਤ ਅੱਛੀ ਹੈ, ਤੇ ਥਰੂ ਦੀਜ਼ ਇਹਨਾਂ ਦੇ ਮੁਲਕਾਂ ਦੇ ਜਿਹੜੇ ਵੈਸਟਰਨ ਮੁਲਕ ਹੈਗੇ, with the lobby power, we can exert some pressure on the Afghan government to beef up the security for the community in Afghanistan. ठीक है, वो अपनी तरफ लॉबी करेंगे, but गल आंदी है जो अफगानिस्तान की जो सरकार आंदी है, टू बी ऑनेस्ट वो आप ही कमजोर है,
ਉਹ ਜੀ ਅਬ ਕਮਜ਼ੋਰ ਹੈ। ਉਹ ਜੇ ਅਗਰ ਉਹ ਸਟਰੋਂਗ ਹੁੰਦੀ, ਉਹ ਜਿਹੜੇ ਐਵਰੀਡੇ ਵੀਕਲੀ ਜਿਹੜੇ ਹਾਦਸੇ ਹੋ ਰਹੇ ਨੇ ਉਸ ਤੇ ਕਾਬੂ ਕਰ ਪਾਉਂਦੀ, ਉਹ ਕਾਬੂ ਹੀ ਨਹੀਂ ਕਰ ਪਾ ਰਹੇ ਨੇ। ਇਹ ਜਿਹੜੀ ਪ੍ਰੋਬਲਮ ਤੇ ਹੈਗੀ ਅਫਗਾਨਿਸਤਾਨ ਦੇ ਉਹ ਗਰਾਊਂਡ ਰਿਐਲਿਟੀ ਜਿਹੜੀ ਹੈਗੀ ਉਹ ਬੜੀ ਵਿੱਚ। ਜੀ ਪੇਚੀਦਾ ਔਰ ਬੜੀ ਖਤਰਨਾਕ ਹੈ, ਇਹ ਮੈਂ ਮੰਨਦਾ। ਹੁਣ ਤੁਹਾਡੀ ਆਪਾਂ ਡਾਕੂਮੈਂਟਰੀ ਤੇ ਗੱਲ ਕਰੀ, ਮੈਂ ਉਸ ਡਾਕੂਮੈਂਟਰੀ ਨੂੰ ਵੇਖਿਆ, ਯਕੀਨ ਜਾਣਨਾ ਮਤਲਬ ਮੈਨੂੰ ਖੁਦ ਕੋ ਬਹੁਤ ਐਨਲਾਈਟਨਮੈਂਟ ਹੋਈ। ਬੜੀ ਖੂਬਸੂਰਤ ਢੰਗ ਨਾਲ ਹਾਈਲੀ ਪ੍ਰੋਡਿਊਸ ਡਾਕੂਮੈਂਟਰੀ ਸੀ, ਖਾਸ ਕਰਕੇ ਹਿੰਦੂ ਕੁਸ਼ ਟੂ ਥਿੰਗਸ। ਉਸ ਵਿੱਚ ਤੁਸੀਂ ਆਪਣੇ ਰੂਟਸ ਵੱਲ ਜਾਂਦੇ ਹੋ, ਫਿਰ ਵਾਪਸ ਆਉਂਦੇ ਹੋ, ਐਂਡ ਕਾਈਂਡ ਆਫ ਬੈਕ ਐਂਡ ਫੋਰਥ ਤੁਸੀਂ ਦੱਸਿਓ ਕਿ ਕਿਸ ਤਰ੍ਹਾਂ ਉਹ ਤੁਸੀਂ ਇੰਟੈਗਰੇਟ ਕੀਤਾ ਵੈਸਟਰਨ ਸੋਸਾਇਟੀ ਦੇ ਵਿੱਚ। ਇਹ ਤੁਹਾਨੂੰ ਡਾਕੂਮੈਂਟਰੀ ਬਣਾਉਣ ਦਾ ਪ੍ਰਿਤਪਾਲ ਸਿੰਘ ਜੀ ਖਿਆਲ ਕਿਸ ਤਰ੍ਹਾਂ ਆਇਆ, ਤੇ ਤੁਸੀਂ ਫਿਰ ਇਸ ਨੂੰ ਅਮਲੀ ਜਾਮਾ ਕਿਵੇਂ ਪਵਾਇਆ? ਦੇਖੋ, ਜਦ ਮੈਂ ਤਕਰੀਬਨ 1996 ਵਿਖੇ ਹਾਲੈਂਡ ਵਿਖੇ ਆਇਆ ਸੀ ਐਜ਼ ਅ ਰੈਫਿਊਜੀ, ਉੱਥੇ ਹਾਲੈਂਡ ਵੀ ਸਿੱਖ ਉਸ ਟਾਈਮ ਰਹਿੰਦੇ ਨਹੀਂ ਸੀਗੇ, ਬਹੁਤ ਘੱਟ ਸਿੱਖ ਰਹਿੰਦੇ ਸਨ। ਤੇ ਦਸਤਾਰ ਜੋ ਬੰਦਾ ਸੀਗਾ, ਉਹਨੂੰ ਕਹੋ ਕਿੱਥੋਂ ਆਇਆ, ਅਫਗਾਨਿਸਤਾਨ ਤੋਂ, ਸਿੱਧਾ ਸਮਝਦੇ ਸਨ ਕਿ ਇਹ ਯਾਰ ਇਹ ਕੱਟਰਪੰਥੀ ਸਿੱਖ ਹੈਗਾ, ਮੁਸਲਮ ਹੈਗਾ। ਉਸ ਦਾ ਇੱਕ ਆਈਡੈਂਟੀਟੀ ਲੋਕਾਂ ਨੂੰ ਪਤਾ ਨਹੀਂ ਸੀ ਕਿ ਸਿੱਖ ਬਾਰੇ ਵੈਸਟਰਨ ਯੂਰਪ ਵਿਖੇ। ਹਾਂ, ਯੂਕੇ, ਕੈਨੇਡਾ, ਅਮਰੀਕਾ ਛੱਡ ਕੇ, ਕਿਉਂਕਿ ਇੱਥੇ ਸਾਡੀ ਸਿੱਖਾਂ ਦੀ ਆਬਾਦੀ ਜ਼ਿਆਦਾ ਹੈ, ਪਰ ਯੂਕੇ ਨੇ ਇੰਡੀਆ ਤੇ ਰਾਜ ਕੀਤਾ, ਪਰ ਉਦਾਹਰਨ ਤੌਰ ਤੇ। ਪਰ ਜਿਹੜੇ ਯੂਰੋਪੀਅਨ ਮੁਲਕਾਂ 'ਚ ਉੱਥੇ ਸਿੱਖਾਂ ਬਾਰੇ ਗਿਆਨ ਘੱਟ ਸੀਗਾ। ਤਾਂ ਉਸ ਟਾਈਮ ਮੈਂ BBC 'ਚ ਇੱਕ ਰੈਗੂਲਰ ਪ੍ਰੋਗਰਾਮ ਦੇਖਦਾ ਸੀਗਾ। ਉੱਥੇ ਡੇਵਿਡ ਐਟਨਬਰਾ ਹੈਗੇ, BBC ਦੇ ਡਾਕੂਮੈਂਟਰੀ ਫਿਲਮ ਮੇਕਰ, ਤੇ ਮਾਈਕਲ ਪੈਲਨ ਦੀ ਮੈਂ ਦੇਖਿਆ, ਉਹ he used to travel everywhere, ਮਾਈਕਲ ਪੈਲਨ in Himalayas, ਮਾਈਕਲ ਪੈਲਨ in Europe। ਤੇ ਮੈਨੂੰ ਲੱਗਦਾ ਸੀਗਾ ਯਾਰ, ਇਹ ਜਦੋਂ ਗੋਰਾ ਹੈ ਕਿ ਇੰਗਲਿਸ਼ਮੈਨ ਹੋ ਕੇ ਜਾ ਕੇ ਦੁਨੀਆ ਟਰੈਵਲ ਕਰਦਾ ਹੈ, ਦੂਜੇ ਕਲਚਰ ਨੂੰ ਸਮਝਦਾ ਹੈ, ਦੂਜੇ ਕਲਚਰ ਨੂੰ ਦਿਖਾਉਂਦਾ ਹੈ BBC ਵਿਖੇ, ਪੂਰੀ ਦੁਨੀਆ ਵਿੱਚ। ਉਸ ਟਾਈਮ ਆਮ ਟਾਕਿੰਗ ਅਬਾਊਟ ਪ੍ਰੀ ਇੰਟਰਨੈਟ ਏਰਾ, ਇੰਟਰਨੈਟ ਉਸ ਸਮੇਂ ਇਜਾਦ ਵੀ ਨਹੀਂ ਹੋਇਆ ਸੀਗਾ। ਸੋ ਮੇਰੇ ਦਿਲ ਵਿੱਚ ਆ ਸੀਗਾ, ਚਲੋ ਕਦੀ ਅਸੀਂ ਵੀ ਜਾ ਕੇ ਆਪਣੀ ਵੀ ਕਹਾਣੀ ਕਦੀ ਦਸੀਏ। ਐਂਡ ਦੈਨ ਆਈ ਮੂਵ ਟੂ ਦ UK ਮੇਬੀ 20 years ago, ਮੈਂ UK ਮੂਵ ਹੋ ਗਿਆ। ਤੇ ਮੇਰੇ ਦਿਲ ਵਿੱਚ ਚਾਹ ਸੀਗਾ ਕਦੀ ਮੈਂ ਵੀ ਜਾ ਕੇ ਅਸੀਂ ਅਫਗਾਨਿਸਤਾਨ ਦੇ ਸਿੱਖਾਂ ਬਾਰੇ ਕਹਾਣੀ ਦੱਸੀਏ, ਕਿਉਂਕਿ ਇੱਥੇ ਵੀ ਸਾਡੇ ਪਾਕਿਸਤਾਨੀ ਕਈ ਭਰਾ ਮਿਲਦੇ ਸਨ ਜੋ ਪੁੱਛਦੇ ਸਨ, ਹਾਂਜੀ ਤੁਸੀਂ ਕਿੱਥੋਂ ਆਏ ਹੋ? ਅਸੀਂ ਕਹਿੰਦੇ ਅਫਗਾਨਿਸਤਾਨ ਤੋਂ। ਕਹਿੰਦੇ, ਹੱਸਣ ਲੱਗਦੇ ਸਨ, ਉਹ ਅਫਗਾਨਿਸਤਾਨ ਤਾਂ ਸਿੱਖ ਹੁੰਦੇ ਨਹੀਂ, ਉਹ ਤਾਂ ਸਿਰਫ ਇੰਡੀਆ ਤੇ ਥੋੜੇ ਬਹੁਤ ਪਾਕਿਸਤਾਨ ਰਹਿੰਦੇ ਨੇ। ਦੇयर ਵਾਸ ਲਾਈਕ ਲੋਟ ਆਫ ਇਗਨੋਰੈਂਸ। ਈਵਨ ਇੰਡੀਅਨ ਜਿਹੜੇ ਸਿੱਖ ਸਨ, ਉਹਨਾਂ ਨੂੰ ਵੀ ਪਤਾ ਨਹੀਂ ਸੀਗਾ ਕਿ ਅਫਗਾਨਿਸਤਾਨ ਵੀ ਸਿੱਖ ਰਹਿੰਦੇ ਹਨ, ਤੇ ਗੋਰਿਆਂ ਦੀ ਗੱਲ ਤਾਂ ਦੂਰ ਹੈ। ਫਿਰ ਤਕਰੀਬਨ 8-9 ਸਾਲ ਪਹਿਲਾਂ ਮੈਂ ਠਾਣ ਲਿਆ ਕਿ ਮੈਂ ਹੁਣ ਇੱਕ ਡਾਕੂਮੈਂਟਰੀ ਬਣਾਉਣੀ ਹੈ। ਤੇ ਉਸ ਟਾਈਮ ਗਿਆ ਸੀਗਾ, 2012 ਦੀ ਗੱਲ ਹੈ, ਮੈਂ ਅਫਗਾਨਿਸਤਾਨ ਗਿਆ ਇਕੱਲਾ, ਨਾ ਮੇਰੇ ਕੋਲ ਕੋਈ ਮੀਡੀਆ ਐਕਸਪੀਰੀਅੰਸ ਸੀਗਾ। ਤੇ ਉੱਥੇ ਜਾ ਕੇ ਮੈਂ ਇੱਕ ਡਾਕੂਮੈਂਟਰੀ ਬਣਾਈ, ਉਹਦਾ ਨਾਂ ਹੈਗਾ ਮਿਸ਼ਨ ਅਫਗਾਨਿਸਤਾਨ। ਜੀ ਤੇ ਗੁਰੂ ਦੀ ਕਿਰਪਾ ਨਾਲ ਉਹ ਡਾਕੂਮੈਂਟਰੀ ਜਿਹੜੀ ਹੈਗੀ ਉਹ ਬਹੁਤ ਹੀ ਸਕਸੈਸਫੁਲ ਹੋਈ। ਉਸਨੇ ਕਈ ਫਿਲਮ ਫੈਸਟੀਵਲ ਟੈਲੀਕਾਸਟ ਕੀਤੀ ਗਈ, ਉਹਨੂੰ ਕਈ ਟੀਵੀ ਚੈਨਲ ਦਿਖਾਇਆ ਗਿਆ, ਯੂਰਪ ਦੇ ਟੀਵੀ ਚੈਨਲ ਦਿਖਾਇਆ ਗਿਆ, ਰਸ਼ੀਅਨ ਟੀਵੀ ਚੈਨਲ ਦਿਖਾਇਆ ਗਿਆ, ਤੇ ਉਹ YouTube ਤੇ ਵੀ ਹੈਗੀ, ਲੋਕ ਦੇਖ ਸਕਦੇ ਨੇ। ਐਂਡ ਦੈਟ ਵਾਸ ਕੁਆਇਟ ਸਕਸੈਸਫੁਲ। ਫਿਰ ਸੈਕੰਡਲੀ ਜਿਹੜੀ ਹਿੰਦੂ ਕੁਸ਼ ਟਾਈਮਸ ਤੁਸੀਂ ਦੇਖ ਰਹੇ ਹੋ, ਉਹ ਮੇਰਾ ਪਲਾਨ ਇੱਥੇ UK ਵਿੱਚ ਹੋਇਆ। ਮੈਂ ਕਿਹਾ ਚਲੋ ਹੁਣ ਸਾਡੀ ਕਮਿਊਨਿਟੀ ਇੱਥੇ ਵੈਲ ਸੈਟਲਡ ਹੈਗੀ, ਲੈਟਸ ਡੂ ਸਮਥਿੰਗ ਔਨ ਦ ਕਮਿਊਨਿਟੀ ਹੇਅਰ ਇਨ ਦ UK। ਤੇ ਉਹਦੇ ਵਿੱਚ ਮੈਂ ਜਿਹੜੇ ਸਾਡੇ ਬਜ਼ੁਰਗ ਹੈਗੇ ਜੋ UK ਵਿੱਚ ਰਹਿ ਰਹੇ ਆ, ਉਹਨਾਂ ਦੇ ਮੈਂ ਕਿਹਾ ਹੁਣ ਇਹੀ ਟਾਈਮ ਹੈਗਾ, ਬਜ਼ੁਰਗਾਂ ਦਾ ਇੰਟਰਵਿਊ ਲੈ ਲਈਏ, ਉਹਨਾਂ ਦੀ ਜੋ ਪੁਰਾਣੀ ਇਤਿਹਾਸ ਹੈਗਾ ਉਹਨੂੰ ਡਾਕੂਮੈਂਟ ਕਰ ਲਈਏ, ਕਿਉਂਕਿ ਜਿਸ ਤਰ੍ਹਾਂ ਉਮਰ ਵੱਧਦੀ ਹੈ, ਇਨਸਾਨ ਉਹ ਜਿਹੜਾ ਐਕਸਪੀਰੀਅੰਸ ਹੈਗਾ, ਤਜਰਬਾ ਹੈਗਾ, ਤੇ ਉਹ ਚਲੇ ਜਾਣਗੇ, ਤੇ ਸਾਡੇ ਬੱਚਿਆਂ ਨੂੰ ਐਟਲੀਸਟ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ, ਹਾਂ ਅਫਗਾਨਿਸਤਾਨ ਸਾਡੇ ਸਿੱਖ ਰਹਿੰਦੇ ਸਨ ਜਾਂ ਹਿੰਦੂ ਰਹਿੰਦੇ ਸਨ, ਉਹ ਕਿਸ ਤਰ੍ਹਾਂ ਰਹਿੰਦੇ ਸਨ। ਹੁਣ ਪ੍ਰੋਬਲਮ ਇਹ ਆਉਂਦੀ ਹੈ, ਜੇ ਤੁਸੀਂ ਹਿੰਦੁਸਤਾਨ ਦੇ ਜਾਂ ਪੰਜਾਬ ਦੇ, ਪਾਕਿਸਤਾਨ ਦੇ ਤੁਸੀਂ ਪੰਜਾਬੀ ਹੋ ਜਾਂ ਹਿੰਦੁਸਤਾਨੀ ਹੋ, ਕਿੱਥੇ ਵੀ ਰਹਿ ਰਹੇ ਹੋ, ਯੂਰਪ ਵਿਖੇ ਰਹਿ ਰਹੇ ਹੋ, ਯੂ ਕੈਨ ਈਜ਼ਲੀ ਟੇਕ ਅ ਫਲਾਈਟ, ਗੋ ਟੂ ਇੰਡੀਆ, ਜਾ ਕੇ ਤੁਸੀਂ ਅੰਮ੍ਰਿਤਸਰ ਦਰਸ਼ਨ ਕਰਾਓ, ਦਰਬਾਰ ਸਾਹਿਬ ਚਲ ਜਾਓ, ਇੰਡੀਆ ਕਿੱਥੇ ਫ੍ਰੀਲੀ ਟਰੈਵਲ ਕਰ ਲਓ। ਪਰ ਸਾਡੇ ਲਈ ਜਾਣਾ ਅਫਗਾਨਿਸਤਾਨ ਬਹੁਤ ਡਿਫਿਕਲਟ ਹੈ, ਕੋਈ ਜਾਂਦਾ ਨਹੀਂ ਹੈ, ਬਿਕੋਜ਼ ਦਿਸ ਇਜ਼ ਸਿਵਲ ਵਾਰ। ਅਬਡਕਸ਼ਨ ਦੇ ਚਾਂਸ ਹੈਗੇ, ਤੁਹਾਨੂੰ ਕਿਡਨੈਪਿੰਗ ਦੇ ਬੜੇ ਚਾਂਸ ਹੈਗੇ, ਬੰਬ ਨਾਲ ਮਾਰਨ ਦੇ ਚਾਂਸ ਹੈਗੇ, ਕਤਲ ਹੋਣ ਦੇ ਚਾਂਸ ਹੈਗੇ, ਕੋਈ ਡਰ ਕੇ ਜਾਂਦਾ ਨਹੀਂ ਸਾਡੇ, ਕਿਉਂਕਿ ਇਟਸ ਨਾਟ ਅ ਫ੍ਰੀ ਕੰਟਰੀ ਲਾਈਕ ਅਦਰ countries in Southeast Asia, for example. And I've been living here in the West for over 26 years. I've been back to Afghanistan only once. I really want to go, but it is not possible because I know security situation allow नहीं करती है, मेरा अपना परिवार allow नहीं करता क्योंकि situation वैसे ਤੁਸੀਂ खराब है। ਵਾਪਸ ਜਾਣਾ ਚਾਹੋਗੇ ਅਗਰ ਸਿਕਿਉਰਿਟੀ डेफिनेटली मेरे ਸਿਚੁਏਸ਼ਨ दिल बहुत करता है, डेफिनेटली ਉੱਥੇ दिल बहुत ਵਾਪਸ करता ਸੈਟਲ है ਹੋਣਾ जाने। ਚਾਹੋਗੇ ਯੂਕੇ ਛੱਡ ਸੈਟਲ ਕੇ? ਤਾਂ ਲੱਗਦਾ ਨਹੀਂ ਹੈ, ਕਿਉਂਕਿ ਇੱਥੇ ਹੁਣ ਮੇਰੇ ਬੱਚੇ ਇੱਥੇ ਹੈਗੇ ਆ, ਸਾਡਾ ਘਰ ਪਰਿਵਾਰ ਸਭ ਕੁਝ ਇੱਥੇ ਹੈਗਾ। ਬਟ ਟੂ ਗੋ ਬੈਕ ਟੂ ਟਰੈਵਲ, ਹੈ ਨਾ, ਟਰੈਵਲ ਕਰਨਾ ਬਹੁਤ ਮੇਰਾ ਚਾਹ ਹੈਗਾ। ਪਰ
ਬਿਕੋਜ਼ ਸਿਕਿਉਰਿਟੀ ਸਿਚੁਏਸ਼ਨ ਅਲਾਉ ਨਹੀਂ ਕਰਦੀ ਹੈ, ਸਿੱਧੀ ਗੱਲ ਜਿਹੜੀ ਹੈਗੀ। ਸੋ ਮੇਰਾ ਇਹੀ ਸੀਗਾ ਕਿ ਚਲੋ ਇਹ ਜਿਹੜੀ ਡਾਕੂਮੈਂਟਰੀਜ਼ ਹੈਗੀਆਂ ਇਹ ਸਾਡੀ ਪਨੀਰੀ ਜਿਹੜੀ ਹੁਣ ਜੋ ਪੱਛਮ ਵਿਖੇ ਜਿਹੜੀ ਨਵੀਂ ਜਨਰੇਸ਼ਨ ਹੈਗੀ ਜੋ ਇੱਥੇ ਪੈਦਾ ਹੋਏ ਨੇ, ਐਟਲੀਸਟ ਉਹ ਕਹਿ ਸਕਦੇ ਨੇ ਯੈਸ ਸਾਡੇ ਫੋਰ ਫਾਦਰਸ ਅਫਗਾਨਿਸਤਾਨ ਤੋਂ ਆਏ ਸਨ ਤੇ ਇਹ ਜ਼ਬਾਨ ਉਹ ਬੋਲਦੇ ਸਨ, ਪਸ਼ਤੋ ਬੋਲਦੇ ਸਨ, ਫਾਰਸੀ ਬੋਲਦੇ ਸਨ ਫॉर एग्जांपल ਨਾ। So I want to keep it as a historical preference for these documentaries. So thank God these have been very well received by the general public. ਅਨਡਾਊਟਡਲੀ ਮੈਂ ਉਹ ਦੇਖੀ ਤੁਹਾਨੂੰ ਬਾਰ-ਬਾਰ ਮੈਂ ਇਹੀ ਕਹਿ ਰਿਹਾ ਕਿ ਇਹ ਬਹੁਤ ਹੀ ਉਸ ਦੀ ਕਲਾਸ ਹੈ ਪਾਰਟ ਔਰ ਬਹੁਤ ਹੀ ਜਿਸ ਤਰ੍ਹਾਂ ਤੁਸੀਂ ਉਹਨੂੰ ਤਰਤੀਬ ਨਾਲ ਵੀਵ ਕੀਤਾ ਹੈਗਾ ਉਸ ਵਿੱਚ ਬਹੁਤ ਕੁਝ ਜਾਣਨ ਨੂੰ ਮਿਲਦਾ ਹੈ ਔਰ ਆਉਣ ਵਾਲੀ ਜਿਹੜੀ ਪਨੀਰੀ ਹੈ ਪ੍ਰੋਜਨੀ ਹੈਗੀ ਹੈ ਉਸ ਵਾਸਤੇ ਯਕੀਨਨ ਇੱਕ ਬਹੁਤ ਵੱਡੀ ਡਾਕੂਮੈਂਟੇਸ਼ਨ ਹੋਏਗੀ, ਵਿਜ਼ੂਅਲ ਡਾਕੂਮੈਂਟੇਸ਼ਨ ਪਏਗੀ। ਤੁਸੀਂ ਸਾਡੇ ਨਾਲ ਜੁੜੇ ਆਪਣੇ ਜੀਵਨ ਦੇ ਉੱਤੇ, ਅਫਗਾਨ ਸਿੱਖ ਕਮਿਊਨਿਟੀ ਦੇ ਉੱਤੇ ਤੇ ਜਿਹੜੇ ਅਫਗਾਨਿਸਤਾਨ ਵਿੱਚ ਨੇ ਔਰ ਬਾਹਰ ਪਲਾਇਨ ਕਰਕੇ ਉਹਨਾਂ ਦੇ ਉੱਤੇ ਅਲੱਗ-ਅਲੱਗ ਪਰਸਪੈਕਟਿਵ ਨਾਲ ਸਾਡੇ ਨਾਲ ਬੜੀ ਫਰੈਂਕਲੀ ਗੱਲਬਾਤ ਕੀਤੀ। ਤੁਹਾਡੇ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਕਿ ਉਸ ਅਕਾਲ ਪੁਰਖ ਦੀ ਮਿਹਰ ਹੋਏਗੀ ਤੇ ਅਫਗਾਨਿਸਤਾਨ ਵਿੱਚ ਮੁੜ ਸ਼ਾਂਤੀ ਬਹਾਲ ਹੋਏਗੀ। ਤੁਹਾਡਾ ਇੱਕ ਵਾਰੀ ਫਿਰ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਪ੍ਰਿਤਪਾਲ ਸਿੰਘ ਜੀ। ਥੈਂਕ ਯੂ ਸੋ ਮਚ ਇੰਡੀਡ। ਆਪ ਜੀ ਬਹੁਤ-ਬਹੁਤ ਧੰਨਵਾਦ। ਨਾਜ਼ਰੀਨ, ਅੱਜ ਅਸੀਂ ਚਰਚਾ ਕੀਤੀ ਅਫਗਾਨਿਸਤਾਨ ਵਿੱਚ ਵਸਦੇ ਸਿੱਖਾਂ ਦੇ ਉੱਤੇ ਤੇ ਅਫਗਾਨਿਸਤਾਨ ਦੇ ਜਿਹੜੇ ਸਿੱਖ ਔਰ ਹਿੰਦੂ ਬਾਹਰਲੇ ਮੁਲਕਾਂ ਵਿੱਚ ਰਹਿ ਰਹੇ ਨੇ ਉਹਨਾਂ ਦੇ ਹਾਲਾਤ ਉੱਤੇ। ਪੰਜਾਬ ਤੱਕ ਤੇ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਪੰਜਾਬੀਅਤ ਨਾਲ ਸੰਬੰਧਿਤ, ਭਾਰਤ ਨਾਲ ਸੰਬੰਧਿਤ, ਡਾਇਸਪੋਰੇ ਨਾਲ ਸੰਬੰਧਿਤ ਅਸੀਂ ਵਿਚਾਰ ਕਰਦੇ ਰਹਿੰਦੇ ਹਾਂ ਅਲੱਗ-ਅਲੱਗ ਮਾਹਿਰਾਂ ਨਾਲ। ਤੁਹਾਡੇ ਨਾਲ ਇਸ ਸੰਦਰਭ ਵਿੱਚ ਫਿਰ ਜੁੜਾਂਗੇ। ਤਦ ਤੱਕ ਰੱਬ ਰਾਖਾ।